ਜਿਹੜਾ ਰੁਝਾਨ ਲੱਗਦਾ ਸੀਗਾ ਕਿ ਇਸ ਵੈਕਸੀਨੇਸ਼ਨ ਦਾ ਰੁਝਾਨ ਜਿਹੜਾ ਲੋਕਾਂ ਦੇ ਵਿੱਚ ਹੋਏਗਾ, ਕਿਉਂਕਿ ਜਿੱਡਾ ਵੱਡਾ ਤੀਆ ਲੋਕਾਂ ਨੇ ਸਿਆ ਹੈ, ਜਿੱਡਾ ਵੱਡਾ ਦੁੱਖ ਪੂਰੇ ਵਿਸ਼ਵ ਨੇ ਸਿਆ ਹੈ, ਉਸ ਤੋਂ ਬਾਅਦ ਇੱਕੋ ਉਡੀਕ ਸੀ ਕਿ ਵੈਕਸੀਨੇਸ਼ਨ ਕਦੋਂ ਆਏ ਤੇ ਕਦੋਂ ਸਾਨੂੰ ਇਸ ਤੋਂ ਛੁਟਕਾਰਾ ਮਿਲੇ। ਆਮ ਪਿੰਡਾਂ ਦੇ ਵਿੱਚ ਜਾਂ ਆਮ ਲੋਕ ਉਹ ਇਹ ਨਹੀਂ ਜਾਣਦੇ ਕਿ ਇਹ ਕੋਵਿਸ਼ੀਲਡ ਕਿਹੜੀ ਆ ਤੇ ਜਾਂ ਕੋਵੈਕਸਿਨ ਕਿਹੜੀ ਆ। ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਜਿਹੜੀ ਸਰਕਾਰ ਹੈ ਔਰ ਕਿਸਾਨੀ ਅੰਦੋਲਨਕਾਰੀ ਨੇ ਜਿਹੜੇ ਜਾਂ ਪੰਜਾਬ ਹੀ ਕਹਿ ਲਓ, ਉਹ ਲੌਗਰ ਹੈਡ ਤੇ ਨੇ। ਪਹਿਲਾਂ ਹੀ ਅਜਿਹਾ ਮਾਹੌਲ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਿ ਬੜਾ ਸਿਆਸੀ ਬੇਤਬਾਰੀ ਜਿਹੜੀ ਹੈ ਉਹ ਇੱਕ ਦੂਜੇ ਦੇ ਪ੍ਰਤੀ ਬਣੀ ਹੋਈ ਹੈ। ਲੋਕਾਂ ਦਾ ਵੀ ਕਸੂਰ ਨਹੀਂ, ਕਿਉਂਕਿ ਲੋਕਾਂ ਨੇ ਸੰਤਾਪ ਬੜਾ ਵੱਡਾ ਭੋਗਿਆ। ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀ ਗਈਆਂ, ਜਾਨਾਂ ਚਲੀਆਂ ਗਈਆਂ, ਕੀ ਕੁਝ ਨਹੀਂ ਹੋਇਆ ਲੋਕਾਂ ਨਾਲ, ਮਤਲਬ ਸ਼ਬਦ ਨਹੀਂ ਨੇ। ਤਕਰੀਬਨ ਇਹ ਗੱਲ ਰਾਜੇਸ਼ ਜੀ ਕਿਤੇ ਨਾ ਕਿਤੇ ਦੇਖੀ ਗਈ ਹੈ ਕਿ ਕੁਝ ਲੋਕ ਬਹੁਤੇ ਲੋਕ ਅਜਿਹੇ ਸਨ ਜਿਹੜੇ ਕਿ ਜ਼ਿਆਦਾਤਰ ਖੁਦ ਹੀ ਹੈ ਘਰਾਂ ਦੇ ਵਿੱਚ ਕੁਆਰੰਟੀਨ ਹੋ ਕੇ ਹੀ ਠੀਕ ਹੋਏ ਨੇ। ਇਹ ਵੇਖਣ ਨੂੰ ਮਿਲਿਆ ਕਿ ਲੋਕੀ ਕਿਵੇਂ ਮੌਤ ਦੀ ਅਗੋਸ਼ 'ਚ ਚਲੇ ਵੀ ਗਏ ਤੇ ਜਾਂ ਕਿਵੇਂ ਸਾਖਸ਼ਾਤ ਜਿਹੜਾ ਕਹਿ ਸਕਦੇ ਹਾਂ ਅਸੀਂ ਕਿ ਮੌਤ ਦੇ ਦਰਸ਼ਨ ਕਰਕੇ ਜਿਹੜੇ ਵਾਪਸ ਮੁੜੇ। ਉਹ ਆਪਣੇ ਹਾਲਾਤ ਜਦੋਂ ਬਿਆਨ ਕਰਦੇ ਸੀ ਤਾਂ ਲੂ ਕੰਡੇ ਖੜੇ ਹੋ ਜਾਂਦੇ ਸੀ। ਲੋਕਾਂ 'ਚ ਕਈ ਵਾਰੀ ਇਹ ਹੁੰਦੀ ਹੈ, ਮਨ 'ਚ ਵਹਿਮ ਆ ਜਾਂਦਾ ਕਿ ਲਾਈਵ ਵੈਕਸੀਨ ਅਟੈਨੂਏਟਡ ਵਰਡ ਯੂਜ਼ ਕਰਦੇ ਆ, ਮੀਨਸ ਸਕਿਲਡ। ਜੋ ਵੈਕਸੀਨ ਕਿਸੇ ਵੇਲੇ ਬੋਡੀ ਵਿੱਚ ਚਲੇ ਜਾਂਦੀ ਹੈ ਤੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਡੀ ਬੋਡੀ ਵਿੱਚ ਵਾਇਰਸ ਚਲਾ ਜਾਣਾ। ਲੋਕਾਂ ਨੂੰ ਇਹ ਚੀਜ਼ਾਂ ਦੀ ਨੌਲੇਜ ਨਹੀਂ ਹੈ। ਉਹ ਬਿਮਾਰੀ ਨੂੰ ਤਾਂ ਸਮਝਦੇ ਹੈ, ਉਹਦੇ ਵਿੱਚ ਜਿਹੜੀ ਰਿਸਰਚ ਜਿਹੜੀ ਪ੍ਰੋਟੈਕਸ਼ਨ ਵਾਸਤੇ ਜਿਹੜੇ ਡਾਕਟਰਸ ਜਾਂ ਫਾਰਮਾਸਿਊਟੀਕਲ ਕੰਪਨੀਆਂ ਪਾਉਂਦੀਆਂ ਨੇ, ਉਹਦੇ ਵਾਸਤੇ ਉਹ ਇੰਨਾ ਸੀਰੀਅਸਲੀ ਜਾਂ ਪੜ੍ਹਦੇ ਨਹੀਂ ਜਾਂ ਦੇਖਦੇ ਨਹੀਂ ਆ। ਬਹੁਤ ਸਾਰੇ ਲੋਕੀ ਅਸੀਂ ਸੁਣਦੇ ਹਾਂ ਕਿ ਭਾਰਤ ਦੇ ਵਿੱਚ ਉਹ ਕਹਿੰਦੇ ਕਰੋਨਾ ਹੈ ਹੀ ਨਹੀਂ ਆ। ਇਨਫੈਕਟ ਅਸੀਂ ਇੱਥੇ ਬੈਠੇ ਵੀ ਜਦੋਂ ਉਹਨਾਂ ਨੂੰ ਫੋਨ ਕਾਲ ਸੇ ਲਗਾਉਂਦੇ ਆ ਤਾਂ ਗੱਲ ਕਰਦੇ ਆ ਵੀ ਇੱਥੇ ਕਰੋਨਾ ਦਾ ਕੀ ਪ੍ਰਭਾਵ ਹੈ, ਤੇ ਉਹ ਸਿਰਫ ਇਹੀ ਗੱਲ ਕਰਦੇ ਕਿਹੜਾ ਕਰੋਨਾ, ਕਿੱਥੇ ਕਰੋਨਾ। ਜਿਹੜੀ ਕਰੋਨਾ ਦੀ ਵਾਇਰਸ ਹੈ, ਇਹ ਆਲਰੇਡੀ ਵਾਇਰਸ ਇੰਡੀਆ 'ਚ ਕੀ ਬੋਡੀ 'ਚ ਐਗਜ਼ਿਸਟ ਕਰਦੀ ਸੀ। ਇਹ ਇਹਦੀ ਨਵੀਂ ਸਟ੍ਰੇਨ ਹੈ ਜਿਹੜੀ ਕੋਵਿਡ-19 ਦੇ ਨਾਮ ਨਾਲ। ਕੋਵਿਡ ਕਰੋਨਾ ਵਾਇਰਸ ਜਿਹੜੀ ਹੈ, 100 ਪਹਿਲੇ ਵੀ ਦੀਆਂ ਸਟ੍ਰੇਨ ਸੀ। ਸੋ ਡਿਨਾਈਲ ਵਿੱਚ ਰਹਿਣਾ ਮੇਰੇ ਖਿਆਲ ਇੱਕ ਬੜੀ ਵੱਡੀ ਬੇਵਕੂਫੀ ਹੋਏਗੀ। The good point about Indians is that we have a very good immunity because of our exposure to various diseases very early in the childhood. ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਰਿਆਂ ਦਾ। ਉਮੀਦ ਕਰਦੇ ਹਾਂ ਤੁਹਾਡੀ ਸਾਰਿਆਂ ਦੀ ਸਿਹਤ ਬਿਲਕੁਲ ਠੀਕ ਹੋਵੇਗੀ ਔਰ ਅੱਗੇ ਵੀ ਇਹੀ ਉਮੀਦ ਰਵੇ ਕਿ ਕਰੋਨਾ ਵਾਇਰਸ ਆ ਜਿਸ ਤਰੀਕੇ ਨਾਲ ਸਾਡੇ ਉੱਤੇ ਖਤਰਾ ਮੰਡਰਾ ਰਿਹਾ ਹੈ, ਸਾਰੇ ਜਣੇ ਆਪਣਾ ਖਿਆਲ ਰੱਖੋ ਤੇ ਨਾਲ ਦੂਜਿਆਂ ਦਾ ਵੀ ਰੱਖੋ। ਖੈਰ ਕੈਨੇਡਾ ਦੀ ਜੇ ਅਸੀਂ ਗੱਲ ਕਰੀਏ ਤੇ ਕੈਨੇਡਾ ਦੇ ਵਾਸਤੇ ਅੱਜ ਕਾਫੀ ਅਹਿਮ ਦਿਨ ਵੀ ਮੰਨਿਆ ਜਾ ਰਿਹਾ ਹੈ ਔਰ ਕਿਉਂਕਿ ਅੱਜ ਬਹੁਤ ਸਾਰੀਆਂ ਉਮੀਦਾਂ ਵੀ ਲੱਗੀਆਂ ਹੋਈਆਂ ਸੀਗੀਆਂ, ਕਿਉਂਕਿ ਜਿਸ ਤਰੀਕੇ ਨਾਲ ਅਮਰੀਕਾ ਦੇ ਵਿੱਚ ਜੋ ਬਾਈਡਨ ਹੈ ਕੱਲ੍ਹ 46ਵੇਂ ਰਾਸ਼ਟਰਪਤੀ ਦੇ ਵਜੋਂ ਉਹਨਾਂ ਨੇ ਆਪਣੀ ਸਹੁੰ ਚੁੱਕੀ ਹੈ ਤੇ ਉਸ ਤੋਂ ਕੈਨੇਡਾ ਨੂੰ ਵੀ ਕਾਫੀ ਉਮੀਦਾਂ ਸੀ, ਕਿਉਂਕਿ ਗਵਾਂਢੀ ਮੁਲਕ ਹੈ ਦੋਵੇਂ ਔਰ ਦੋਵਾਂ ਦੇ ਜਿਹੜੇ ਸਬੰਧ ਹੈ ਆਪਸ ਦੇ ਵਿੱਚ ਬਹੁਤ ਮਾਇਨੇ ਰੱਖਦੇ ਨੇ। ਸੋ ਇਸ ਲਈ ਜਸਟਿਨ ਟਰੂਡੋ ਨੂੰ ਵੀ ਕਿਤੇ ਨਾ ਕਿਤੇ ਇਹ ਸੀਗੇ ਕਿ ਹੁਣ ਜਿਹੜੇ ਨੇ ਰਾਜਨੀਤੀ ਦੇ ਤੌਰ ਦੇ ਉੱਤੇ ਵੀ ਸਬੰਧ ਜਿਹੜੇ ਨੇ ਉਹ ਮਜ਼ਬੂਤ ਹੋ ਸਕਦੇ ਨੇ ਕਈ ਮੁੱਦਿਆਂ ਦੇ ਉੱਤੇ। ਹਾਲਾਂਕਿ ਥੋੜਾ ਬਹੁਤ ਲੱਗ ਰਿਹਾ ਸੀ ਕਿ ਅੜੀ ਜਿਹੜੀ ਹੈ ਉਹ ਬਣ ਸਕਦੀ ਹੈ, ਪਰ ਫਿਰ ਵੀ ਕਾਫੀ ਜ਼ਿਆਦਾ ਉਮੀਦਾਂ ਕੈਨੇਡਾ ਨੂੰ ਸੀਗੀਆਂ ਕਿ ਅਮਰੀਕਾ ਦੇ ਨਾਲ ਕੁਝ ਚੰਗੇ ਨੋਟ ਦੇ ਉੱਤੇ ਹੀ ਗੱਲ ਹੋਏਗੀ। ਉਮੀਦਾਂ ਤਾਂ ਕਾਫੀ ਸੀਗੀਆਂ ਔਰ ਇੰਤਜ਼ਾਰ ਵੀ ਕੀਤਾ ਜਾ ਰਿਹਾ ਸੀ ਕਿ ਕੋਈ ਚੰਗੀ ਖਬਰ ਹੀ ਸਾਹਮਣੇ ਆਵੇ, ਪਰ ਜਿਵੇਂ ਹੀ ਜੋ ਬਾਈਡਨ ਨੇ ਆਪਣਾ ਅਹੁਦਾ ਸੰਭਾਲਿਆ ਤਾਂ ਉਹਨਾਂ ਨੇ ਜਿਹੜੇ ਦਸਤਾਵੇਜ਼ ਦੇ ਉੱਤੇ ਦਸਤਖਤ ਕਰ ਦਿੱਤੇ ਨੇ ਉਹ ਥੋੜੇ ਜਿਹੇ ਕੈਨੇਡਾ ਲਈ ਠੀਕ ਨਹੀਂ ਹੈ, ਕਿਉਂਕਿ ਆਉਂਦੇ ਹੀ ਜਿਹੜਾ ਹੈ ਕੀ ਨੋਟ ਐਕਸਲ ਪਾਈਪਲਾਈਨ ਦੇ ਮੁੱਦੇ ਦੇ ਉੱਤੇ ਦੋਹਾਂ ਦੀ ਅੜੀ ਜਿਹੜੀ ਹੈ ਥੋੜੀ ਜਿਹੀ ਹੁਣੇ ਗਰਾਰੀ ਫਸ ਚੁੱਕੀ ਹੈ। ਸੋ ਇਹ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਨਾਲ ਡੋਨਲਡ ਟਰੰਪ ਸਾਹਿਬ ਨੇ ਤਾਂ ਹਰੀ ਝੰਡੀ ਦਿੱਤੀ ਹੋਈ ਸੀਗੀ, ਪਰ ਹੁਣ ਜੋ ਬਾਈਡਨ ਨੇ ਆਉਂਦੇ ਹੀ ਇਸ ਮਾਮਲੇ ਨੂੰ ਕੈਂਸਲ ਕਰ ਦਿੱਤਾ ਹੈ, ਰੱਦ ਕੀਤਾ ਹੈ ਤੇ ਉਹਨਾਂ ਨੇ ਹਾਲਾਂਕਿ ਕਲਾਈਮੇਟ ਦੇ ਮੁੱਦੇ ਦੇ ਉੱਤੇ ਇੱਕ ਚੰਗਾ ਰਿਸਪੌਂਸ ਜਿਹੜਾ ਉਹ ਕੈਨੇਡਾ ਵਾਸਤੇ ਦਿੱਤਾ ਹੈ। ਪਰ ਹੁਣ ਕਾਫੀ ਜ਼ਿਆਦਾ ਇਸ ਦੇ ਉੱਤੇ ਅੱਜ ਚਰਚਾ ਕੀਤੀ ਜਾ ਰਹੀ ਹੈ। ਕੈਨੇਡਾ ਦੇ ਜਿੰਨੇ ਵੀ ਹੁਣ ਤੱਕ ਜਾਣਕਾਰੀ ਸਾਹਮਣੇ ਆ ਰਹੀ ਹੈ, ਕੈਨੇਡਾ ਦੇ ਵਿੱਚ ਥਾਂ ਤੇ ਇਹੀ ਚਰਚਾ ਕੀਤੀ ਜਾ ਰਹੀ ਹੈ ਕਿ ਇਹ ਫੈਸਲਾ ਸਹੀ ਨਹੀਂ ਹੈ ਜੋ ਬਾਈਡਨ ਦੇ ਵੱਲੋਂ ਜੋ ਲਿਆ ਗਿਆ, ਤੇ ਹੁਣ ਸਰਕਾਰ ਕੀ ਕਰੇਗੀ। ਸਭ ਤੋਂ ਵੱਡੀ ਗੱਲ ਹੈ ਕਿ ਹੁਣ ਫੈਡਰਲ ਸਰਕਾਰ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਜਾਂਦੀ ਹੈ। ਅਜਿਹੇ ਦੇ ਵਿੱਚ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਜੋ ਬਾਈਡਨ ਨੇ ਸਭ ਤੋਂ ਪਹਿਲਾਂ ਜੇ ਗੱਲਬਾਤ ਲਈ ਚੁਣਿਆ ਹੈ ਆਪਣਾ ਅਹੁਦਾ ਸੰਭਾਲਦੇ ਹੀ, ਤਾਂ ਜਸਟਿਨ ਟਰੂਡੋ ਨੂੰ ਹੀ ਉਹਨਾਂ ਨੇ ਚੁਣਿਆ। ਸੋ ਸ਼ੁੱਕਰਵਾਰ ਨੂੰ ਯਾਨੀ ਕਿ ਕੱਲ੍ਹ ਜਿਹੜੀ ਹੈ ਜੋ ਬਾਈਡਨ ਦੀ ਤੇ ਆਪਣੇ ਪ੍ਰਧਾਨ ਮੰਤਰੀ ਟਰੂਡੋ ਦੇ ਨਾਲ ਉਹਨਾਂ ਦੀ ਗੱਲਬਾਤ ਹੋਣ ਜਾ ਰਹੀ ਹੈ। ਸੋ ਹੋ ਸਕਦਾ ਕਿਸੇ ਚੰਗੇ ਨੋਟ ਦੇ ਉੱਤੇ ਗੱਲਬਾਤ ਹੋਵੇ, ਕੋਈ ਚੰਗੇ ਨਤੀਜੇ ਨਿਕਲ ਕੇ ਸਾਹਮਣੇ ਆ ਸਕਣ। ਖੈਰ ਦੇਖਦੇ ਹਾਂ ਕੱਲ੍ਹ ਮੁਲਾਕਾਤ ਜਿਹੜੀ ਹੋਣ ਜਾ ਰਹੀ ਹੈ, ਫੋਨ ਤੇ ਜਿਹੜੀ ਗੱਲਬਾਤ ਹੋਏਗੀ ਉਹ ਕੀ ਰੰਗ ਜਿਹੜਾ ਹੈ ਲਿਆਏਗੀ। ਇਸ ਤੋਂ ਇਲਾਵਾ ਵਪਾਰਕ
ਮੁੱਦਾ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ, ਜਿਸ ਤਰੀਕੇ ਨਾਲ ਸਰਹੱਦਾਂ ਬੰਦ ਹੈ, ਇਹ ਬਹੁਤ ਸਾਰੇ ਮੁੱਦੇ ਨੇ। ਸੋ ਹੋ ਸਕਦਾ ਹੈ ਕਿ ਕੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਜੋ ਬਾਈਡਨ ਦੀ ਜਦੋਂ ਗੱਲਬਾਤ ਹੋਏਗੀ ਤਾਂ ਉਸ ਦੇ ਵਿੱਚ ਇਹਨਾਂ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਸੋ ਇਸ ਵੇਲੇ ਇਹ ਵੱਡੀ ਸਮੱਸਿਆ ਤਾਂ ਫੈਡਰਲ ਸਰਕਾਰ ਦੇ ਲਈ ਬਣੀ ਹੋਈ ਹੈ। ਦੂਜੀ ਵੱਡੀ ਸਮੱਸਿਆ ਕੈਨੇਡਾ ਦੇ ਲਈ ਇਹ ਬਣ ਚੁੱਕੀ ਹੈ ਕਿ ਫਾਈਜ਼ਰ ਨੇ ਜਿਸ ਤਰੀਕੇ ਨਾਲ ਵੈਕਸੀਨ ਸੰਬੰਧੀ ਆਪਣਾ ਰਵੱਈਆ ਦਿਖਾਇਆ ਹੈ, ਵੈਕਸੀਨ ਦੀ ਘਾਟ ਦੀ ਜਿਹੜੀ ਗੱਲ ਕਹੀ ਜਾ ਰਹੀ ਹੈ, ਉਸ ਨੂੰ ਲੈ ਕੇ ਕੈਨੇਡਾ ਦੇ ਵਿੱਚ ਹੁਣ ਹੋਰ ਵੱਡੀ ਚਿੰਤਾ ਬਣਦੀ ਜਾ ਰਹੀ ਹੈ, ਕਿਉਂਕਿ ਪ੍ਰੋਵਿੰਸ ਟੂ ਪ੍ਰੋਵਿੰਸ ਜਿਸ ਤਰੀਕੇ ਨਾਲ ਸਟ੍ਰੈਟਜੀ ਪਲਾਨ ਕੀਤੀ ਗਈ ਸੀ ਵੈਕਸੀਨੇਸ਼ਨ ਦੀ, ਉਹ ਹੁਣ ਜਿਹੜੀ ਹੈ ਉਹ ਹੋ ਨਹੀਂ ਪਾਏਗੀ। ਸੋ ਕਿਤੇ ਨਾ ਕਿਤੇ ਹੁਣ ਸਾਰੇ ਹੀ ਜਿਹੜੇ ਸੂਬਿਆਂ ਨੂੰ ਆਪਣੀ ਸਟ੍ਰੈਟਜੀ ਜਿਹੜੀ ਹੈ ਉਹ ਬਦਲਣੀ ਪੈ ਰਹੀ ਹੈ। BC ਦੇ ਵਿੱਚ ਵੀ ਇਹੀ ਦੇਖਣ ਨੂੰ ਮਿਲ ਰਿਹਾ। BC ਦੇ ਵਿੱਚ ਵੀ ਜਿਹੜੀ ਰਣਨੀਤੀ ਬਣਾਈ ਗਈ ਸੀ ਕਿ ਕਿਸ ਪੜਾਅ ਦੇ ਵਿੱਚ ਜਿਹੜੀ ਹੈ ਵੈਕਸੀਨ ਦਿੱਤੀ ਜਾਣੀ ਹੈ, ਲੌਂਗ ਟਰਮ ਕੇਅਰ ਜਿਹੜੇ ਨੇ ਉੱਥੇ ਪਹੁੰਚਾਉਣੀ ਹੈ, ਔਰ ਜਿਹੜੇ ਫਰੰਟ ਲਾਈਨ ਵਰਕਰਸ ਨੇ ਉਹਨਾਂ ਨੂੰ ਇਹ ਵੈਕਸੀਨ ਦਿੱਤੀ ਜਾਣੀ ਹੈ। ਹੁਣ ਉਹ ਜਿਹੜਾ ਸ਼ੈਡਿਊਲ ਹੈ ਉਹਦੇ ਵਿੱਚ ਕੁਝ ਬਦਲਾਅ ਜਿਹੜੇ ਨੇ ਕਰਨੇ ਪੈਣਗੇ, ਕਿਉਂਕਿ ਫਾਈਜ਼ਰ ਨੇ ਜਿਹੜੀ ਹੈ ਵੈਕਸੀਨ ਦੀ ਘਾਟ ਜਿਹੜੀ ਉਹ ਸ਼ੋਅ ਕਰ ਦਿੱਤੀ ਹੈ। ਖੈਰ ਉਹ ਵੀ ਇੱਕ ਫੈਡਰਲ ਸਰਕਾਰ ਦੇ ਉੱਤੇ ਵੱਡੀ ਚੁਣੌਤੀ ਵੀ ਸਾਬਤ ਹੋ ਰਿਹਾ, ਵੱਡੀ ਚਿੰਤਾ ਵੀ ਬਣੀ ਹੋਈ ਹੈ। ਦੇਖਦੇ ਹਾਂ ਇਸ ਦਾ ਵੀ ਹੱਲ ਕੀ ਨਿਕਲ ਰਿਹਾ। ਇਸ ਤੋਂ ਇਲਾਵਾ ਵੈਕਸੀਨ ਦੀਆਂ ਕਈ ਥਾਵਾਂ ਦੇ ਉੱਤੋਂ ਜਿਸ ਤਰੀਕੇ ਨਾਲ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ, ਸੋ ਉਸ ਨੂੰ ਲੈ ਕੇ ਵੈਕਸੀਨ ਦੀ ਇੱਕ ਹੋਰ ਵੱਡੀ ਚੀਜ਼ ਨਿਕਲ ਕੇ ਸਾਹਮਣੇ ਇਹ ਆ ਰਹੀ ਹੈ ਕਿ ਵੈਕਸੀਨ ਨੂੰ ਲੈ ਕੇ ਕੁਝ ਦਿਨ ਪਹਿਲਾਂ ਅਸੀਂ ਦੇਖਿਆ ਸੀ ਕਿ ਪ੍ਰੀਮੀਅਰ ਡਗ ਫੋਰਡ ਜਿਹੜੇ ਨੇ ਉਹ ਬਹੁਤ ਨਾਰਾਜ਼ ਦਿਖਾਈ ਦਿੱਤੇ, ਕਿਉਂਕਿ ਜਦੋਂ ਉਹਨਾਂ ਨੇ ਵੈਕਸੀਨੇਸ਼ਨ ਪਲਾਨ ਸਾਰਾ ਬਣਾ ਲਿਆ ਸੀਗਾ ਔਰ ਵੈਕਸੀਨ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਸੀ ਪ੍ਰਕਿਰਿਆ, ਪਰ ਅਜਿਹੇ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਫਾਈਜ਼ਰ ਦੀ ਰਿਪੋਰਟ ਸਾਹਮਣੇ ਆਈ, ਫਾਈਜ਼ਰ ਨੇ ਆਪਣਾ ਕਹਿ ਦਿੱਤਾ ਕਿ ਹਜੇ ਜਿਹੜੀ ਹੈ ਅਗਲੇ ਮਹੀਨੇ ਤੋਂ ਘਾਟ ਹੋ ਸਕਦੀ ਹੈ। ਸੋ ਇਸ ਲਈ ਮੁਸ਼ਕਿਲ ਉਹਨਾਂ ਨੂੰ ਆ ਸਕਦੀ ਹੈ। ਸੋ ਹੁਣ ਜਿਸ ਤਰੀਕੇ ਨਾਲ ਉਹਨਾਂ ਨੇ ਡਗ ਫੋਰਡ ਨੇ ਵੀ ਆਪਣੀ ਪਰੇਸ਼ਾਨੀ ਸ਼ੋਅ ਕੀਤੀ ਹੈ, ਉਹਨਾਂ ਨੇ ਵੀ ਕਿਤੇ ਨਾ ਕਿਤੇ ਫੈਡਰਲ ਸਰਕਾਰ ਦੇ ਉੱਤੇ ਆਪਣਾ ਗੁੱਸਾ ਕੱਢਿਆ, ਫਾਈਜ਼ਰ ਤੇ ਤਾਂ ਉਹਨਾਂ ਨੇ ਕੱਢਿਆ ਹੀ ਹੈ। ਸੋ ਵੈਕਸੀਨੇਸ਼ਨ ਨੂੰ ਲੈ ਕੇ ਇਹ ਸਭ ਦਿੱਕਤਾਂ ਜਿਹੜੀਆਂ ਨੇ ਹੁਣ ਆ ਰਹੀਆਂ। ਖੈਰ ਭਾਰਤ ਦੇ ਵਿੱਚ ਵੀ ਵੈਕਸੀਨੇਸ਼ਨ ਕਿਸ ਤਰੀਕੇ ਦੀ ਚੱਲ ਰਹੀ ਹੈ ਉਸ ਸੰਬੰਧੀ ਅਸੀਂ ਗੱਲਬਾਤ ਜਿਹੜੀ ਹੈ ਉਹ ਕਰਾਂਗੇ। ਫਿਲਹਾਲ ਸਾਡੇ ਨਾਲ ਕਈ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਲਈ ਇਸ ਵੇਲੇ ਰਾਜੇਸ਼ ਜੀ ਅੰਮ੍ਰਿਤਸਰ ਤੋਂ ਹਮੇਸ਼ਾ ਹੀ ਜੁੜਦੇ ਨੇ, ਇਸ ਵੇਲੇ ਵੀ ਸਾਡੇ ਨਾਲ ਜੁੜੇ ਹੋਏ ਨੇ। ਰਾਜੇਸ਼ ਜੀ ਬਹੁਤ ਬਹੁਤ ਸਵਾਗਤ ਹੈ ਜੀ। राजेश जी आवाज सुन पा रहे हो जी? बहुत बहुत स्वागत है जी ਤੁਹਾਡਾ। ਬਿਲਕੁਲ ਜੀ ਆਵਾਜ਼ ਆ ਰਹੀ ਹੈ। ਪਹਿਲਾਂ ਮੈਂ ਦੇਖ ਨਹੀਂ ਸੀ ਪਾ ਰਿਹਾ ਆਪਣੇ ਆਪ ਨੂੰ, ਹੁਣ ਦੇਖ ਪਾ ਰਿਹਾ ਜੀ। ਬਿਲकुल ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਪੂਰੀ ਗੱਲਬਾਤ ਹੋਏਗੀ ਅੱਜ ਵੀ ਹਮੇਸ਼ਾ ਤਰ੍ਹਾਂ। ਬਿਲਕੁਲ ਰਾਜੇਸ਼ ਜੀ, ਮੇਰਾ ਸਭ ਤੋਂ ਪਹਿਲਾਂ ਤਾਂ ਮੈਨੂੰ ਵੈਕਸੀਨ ਸੰਬੰਧੀ ਥੋੜੀ ਜਿਹੀ ਜਾਣਕਾਰੀ ਦਿਓ। ਹਾਲਾਂਕਿ ਸਾਡੇ ਨਾਲ ਕੋਈ ਗੈਸਟ ਜੁੜੇ ਹੋਏ ਸੀ ਪਰ ਆਈ ਥਿੰਕ ਨੈਟਵਰਕ ਇਸ਼ੂ ਕਰਕੇ ਉਹ ਆਪਣੇ ਨਾਲ ਫਿਲਹਾਲ ਜੁੜ ਨਹੀਂ ਪਾਇਆ। ਤੇ ਵੈਕਸੀਨ ਸੰਬੰਧੀ ਜਿਹੜੀ ਹੈ ਭਾਰਤ ਦੇ ਵਿੱਚ ਕੀ ਪ੍ਰਕਿਰਿਆ ਚੱਲ ਰਹੀ ਹੈ, ਬਾਕੀ ਖਬਰਾਂ ਤੇ ਅਸੀਂ ਨਜ਼ਰ ਪਾਵਾਂਗੇ, ਪਰ ਫਿਲਹਾਲ ਜਿਹੜਾ ਅਸੀਂ ਸਭ ਤੋਂ ਪਹਿਲਾਂ ਵੈਕਸੀਨ ਸੰਬੰਧੀ ਸਾਨੂੰ ਜਾਣਕਾਰੀ ਦਿਓ ਕਿ ਕੀ ਕੁਝ ਚੱਲ ਰਿਹਾ ਹੈ। ਕੋਵਿਸ਼ੀਲਡ ਔਰ ਕੋਵੈਕਸੀਨ ਜਿਹੜੀ ਹੈ ਉਸ ਨੂੰ ਲੈ ਕੇ ਕਿੰਨੇ ਕੁ ਲੋਕਾਂ ਨੂੰ ਹੁਣ ਤੱਕ ਦਿੱਤੀ ਜਾ ਚੁੱਕੀ ਹੈ, ਲੋਕਾਂ ਨੂੰ ਕਿਵੇਂ ਦੇ ਲੋਕਾਂ ਦੇ ਵਿੱਚ ਨਤੀਜੇ ਜਿਹੜੇ ਨੇ ਦੇਖਣ ਨੂੰ ਮਿਲ ਰਹੇ ਨੇ? ਦੇਖੋ ਬਿਹਤਰ ਤਾਂ ਇਹੀ ਸੀ ਜੇ ਅਸੀਂ ਇੱਕ ਐਕਸਪਰਟ ਨੂੰ ਬਿਠਾਇਆ ਸੀ, ਉਹ ਨੈਟਵਰਕ ਇਸ਼ੂ ਆ ਗਿਆ, ਚਲੋ ਕੋਈ ਗੱਲ ਨਹੀਂ ਕਿ ਉਹ ਸਾਰੀ ਗੱਲਬਾਤ ਸਾਰੀ ਜਾਣਕਾਰੀ ਦਿੰਦੇ ਚੰਗੀ ਗੱਲ ਸੀ। ਪਰ ਜੋ ਜਾਣਕਾਰੀ ਹੁਣ ਤੱਕ ਐਜ਼ ਅ ਰਿਪੋਰਟਰ ਅਸੀਂ ਗੈਦਰ ਕਰਦੇ ਹਾਂ, ਉਸ ਜਾਣਕਾਰੀ ਦੇ ਮੁਤਾਬਕ ਜਿਹੜਾ ਰੁਝਾਨ ਲੱਗਦਾ ਸੀਗਾ ਕਿ ਇਸ ਵੈਕਸੀਨੇਸ਼ਨ ਦਾ ਰੁਝਾਨ ਜਿਹੜਾ ਲੋਕਾਂ ਦੇ ਵਿੱਚ ਹੋਏਗਾ, ਕਿਉਂਕਿ ਜਿੱਡਾ ਵੱਡਾ ਧੀਆ ਲੋਕਾਂ ਨੇ ਸਿਆ ਹੈ, ਜਿੱਡਾ ਵੱਡਾ ਦੁੱਖ ਪੂਰੇ ਵਿਸ਼ਵ ਨੇ ਸਿਆ ਹੈ, ਉਸਨੂੰ ਉਸ ਤੋਂ ਬਾਅਦ ਇੱਕੋ ਉਡੀਕ ਸੀ ਕਿ ਵੈਕਸੀਨੇਸ਼ਨ ਕਦੋਂ ਆਏ ਤੇ ਕਦੋਂ ਸਾਨੂੰ ਇਸ ਤੋਂ ਛੁਟਕਾਰਾ ਮਿਲੇ। ਪਰ ਹੁਣ ਲੱਗਦਾ ਇਹ ਹੈ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਇੱਕ ਹੋਰ ਵੱਡੀ ਲੜਾਈ ਸ਼ੁਰੂ ਹੋ ਗਈ ਹੈ, ਖਾਸ ਤੌਰ ਤੇ ਸਰਕਾਰ ਵਾਸਤੇ, ਐਡਮਿਨਿਸਟ੍ਰੇਸ਼ਨ ਵਾਸਤੇ, ਕਿ ਲੋਕਾਂ ਦੇ ਵਿੱਚ ਵਿਸ਼ਵਾਸ ਕਿੱਦਾਂ ਪੈਦਾ ਕੀਤਾ ਜਾਏ ਕਿ ਇਹ ਵੈਕਸੀਨੇਸ਼ਨ ਜਿਹੜੀ ਹੈ ਬਿਲਕੁਲ ਉਹਨਾਂ ਵਾਸਤੇ ਸੇਫ ਹੈ। ਇਹ ਮਸਲਾ ਉਦੋਂ ਸ਼ੁਰੂ ਹੋ ਗਿਆ ਸੀ ਜਦੋਂ ਕੋਵੈਕਸਿਨ ਦੀ ਜਦੋਂ ਟ੍ਰਾਇਲ ਚੱਲ ਰਹੀ ਸੀ, ਤੀਜੇ ਗੇੜ ਦੀ ਟ੍ਰਾਇਲ ਹੋਣੀ ਸੀ, ਉਦੋਂ ਇਹ ਮਨਜ਼ੂਰੀ ਦੇ ਦਿੱਤੀ ਗਈ ਇਹਨੂੰ ਕਿ ਇਹਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਉਦੋਂ ਸ਼ਸ਼ੀ ਥਰੂਰ ਨੇ ਸਭ ਤੋਂ ਪਹਿਲਾਂ ਇੱਕ ਟਵੀਟ ਕੀਤਾ ਸੀਗਾ ਵੀ ਇਹ ਕਿਸ ਤਰ੍ਹਾਂ ਹੋ ਸਕਦਾ, ਤੁਸੀਂ ਇੰਨੇ ਕਰੋੜਾਂ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਕਿਵੇਂ ਦਾਅ ਤੇ ਲਾ ਸਕਦੇ ਹੋ। ਔਰ ਉਸੇ ਵੇਲੇ ਉਸ ਚੀਜ਼ ਨੂੰ ਹੋਲਡ ਕਰ ਲਿਆ ਗਿਆ ਸੀਗਾ ਭਾਵੇਂ, ਪਰ ਉਸ ਤੋਂ ਬਾਅਦ ਫਿਰ ਉਹ ਕਹਿ ਦਿੱਤਾ ਗਿਆ ਕਿ ਇਹ ਜਿਹੜੀ ਵੈਕਸੀਨੇਸ਼ਨ ਨੇ ਇਹ ਬਿਲਕੁਲ ਸੇਫ ਨੇ। ਹੁਣ ਉਸ ਦੇ ਵਿੱਚ ਦੋ ਤਰ੍ਹਾਂ ਦੀਆਂ ਵੈਕਸੀਨੇਸ਼ਨ ਜਿਹੜੀਆਂ ਨੇ, ਕੋਵਿਸ਼ੀਲਡ ਤੇ ਇੱਕ ਜਿਹੜੀ ਕੋਵੈਕਸਿਨ ਹੈ, ਜਿਹੜੀ ਇਹਨਾਂ ਦੋ ਤਰ੍ਹਾਂ ਦੀਆਂ ਜਿਹੜੀਆਂ ਭਾਰਤ ਦੀਆਂ ਵੈਕਸੀਨੇਸ਼ਨ ਮੰਨਿਆ ਜਾ ਰਿਹਾ। ਇੱਕ ਵੈਕਸੀਨੇਸ਼ਨ ਜਿਹੜੀ ਆ ਕੋਵੈਕਸਿਨ ਜਿਹੜੀ ਆ ਉਹ ਪੂਰੀ ਤਰ੍ਹਾਂ ਨਾਲ ਇੰਡੀਜੀਨਸ ਹੈ, ਪੂਰੀ ਤਰ੍ਹਾਂ ਨਾਲ ਭਾਰਤੀ ਵੈਕਸੀਨ ਹੈ ਤੇ ਉਸ ਨੂੰ ਬਹੁਤ ਸੇਫ ਦੱਸਿਆ ਜਾ ਰਿਹਾ, ਬਹੁਤ ਵਧੀਆ ਦੱਸਿਆ ਜਾ ਰਿਹਾ। ਪਰ ਪੰਗਾ ਸਾਰਾ ਬਖੇੜਾ ਸਾਰਾ ਉਸੇ ਵੈਕਸੀਨ ਦਾ ਜਿਹੜਾ ਖੜਾ ਹੋਇਆ। ਹੁਣ ਉਹ ਜਦੋਂ ਬਖੇੜਾ ਖੜਾ ਹੋਇਆ, ਆਮ ਲੋਕਾਂ ਨੂੰ ਤਾਂ ਇਹੀ ਪਤਾ ਹੈ ਕਿ ਵੈਕਸੀਨੇਸ਼ਨ ਹੈ। ਆਮ ਪਿੰਡਾਂ ਦੇ ਵਿੱਚ ਜਾਂ ਆਮ ਲੋਕ ਉਹ ਇਹ ਨਹੀਂ ਜਾਣਦੇ ਕਿ ਇਹ ਕੋਵਿਸ਼ੀਲਡ ਕਿਹੜੀ ਆ ਤੇ ਜਾਂ ਕੋਵੈਕਸਿਨ ਕਿਹੜੀ ਹੈ। ਕੋਵੈਕਸਿਨ ਬਿਲਕੁਲ। ਲਿਹਾਜ਼ਾ ਦੋਵੇਂ ਤਰ੍ਹਾਂ ਦੀਆਂ ਜਿਹੜੀਆਂ ਵੈਕਸੀਨ ਜਿਹੜੀਆਂ ਨੇ ਉਹਨਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਕਿ ਇਹ ਵੈਕਸੀਨ ਲਗਾਵਾਂਗੇ ਤੇ ਇਹਦੇ ਬੜੇ ਮਾੜੇ ਪ੍ਰਭਾਵ ਜਿਹੜੇ ਸਾਹਮਣੇ ਆ ਸਕਦੇ ਨੇ। ਅਜਿਹੀਆਂ ਜਿਹੜੀਆਂ ਗਲਤ ਫਹਿਮੀਆਂ ਕਹਿ ਲਓ ਜਾਂ ਧਾਰਨਾਵਾਂ ਕਹਿ ਲਓ, ਉਹ ਲੋਕਾਂ ਦੇ ਵਿੱਚ ਫੈਲਣੀਆਂ ਸ਼ੁਰੂ ਹੋ ਗਈਆਂ।
ਔਰ ਹੁਣ ਇਹ ਜਦੋਂ ਖਾਸ ਤੌਰ ਤੇ ਜੇ ਆਪਾਂ ਪੰਜਾਬ ਦਾ ਜ਼ਿਕਰ ਕਰੀਏ ਤਾਂ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਜਿਹੜੀ ਸਰਕਾਰ ਹੈ ਔਰ ਕਿਸਾਨੀ ਅੰਦੋਲਨਕਾਰੀ ਨੇ ਜਿਹੜੇ, ਜਾਂ ਪੰਜਾਬ ਹੀ ਕਹਿ ਲਓ, ਉਹ ਲੌਗਰ ਤੇ ਨੇ। ਪਹਿਲਾਂ ਹੀ ਅਜਿਹਾ ਮਾਹੌਲ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਿ ਬੜਾ ਸਿਆਸੀ ਬੇਤਬਾਰੀ ਜਿਹੜੀ ਹੈ ਉਹ ਇੱਕ ਦੂਜੇ ਦੇ ਪ੍ਰਤੀ ਬਣੀ ਹੋਈ ਹੈ। ਉਹ ਬੇਤਬਾਰੀ ਦਾ ਜਿਹੜਾ ਅਸਰ ਹੈ ਉਹ ਇਸ ਵੈਕਸੀਨ ਤੇ ਖੁੱਲ ਕੇ ਵੇਖਣ ਨੂੰ ਮਿਲਿਆ ਕਿ ਇਹ ਵੈਕਸੀਨ ਜਿਹੜੀ ਹੈ ਲੋਕ ਉਸ ਤੇ ਵਿਸ਼ਵਾਸ ਨਹੀਂ ਕਰ ਰਹੇ। ਹੁਣ ਇਸੇ ਕਰਕੇ ਜਿਹੜਾ ਪਹਿਲਾ ਡਿਸੀਜਨ ਤਾਂ ਹਾਲਾਂਕਿ ਪਹਿਲਾਂ ਹੀ ਸੀ ਕਿ ਜਿਹੜੇ ਫਰੰਟ ਵਾਰੀਅਰਸ ਨੇ, ਹੈਲਥ ਵਰਕਰਸ ਨੇ, ਉਹਨਾਂ ਨੂੰ ਵੈਕਸੀਨ ਜਿਹੜੀ ਦਿੱਤੀ ਜਾਣੀ ਹੈ ਤੇ ਉਹੀ ਕੀਤਾ ਜਾ ਰਿਹਾ। ਹੁਣ ਵੈਕਸੀਨੇਸ਼ਨ ਜਿਹੜੀ ਹੈ ਉਹਨਾਂ ਕੀਤੀ ਜਾ ਰਹੀ ਹੈ। ਪਰ ਉਹਦੇ ਵਿੱਚ ਇੱਕ ਹੋਰ ਵੱਡਾ ਸਵਾਲ ਇਹ ਖੜਾ ਹੋ ਗਿਆ, ਲੋਕਾਂ ਦੇ ਵਿੱਚ ਡਰ ਭਾਵ ਹੋਰ ਵੱਧ ਗਿਆ ਜਦੋਂ ਇਹ ਫਰੰਟ ਕਰੋਨਾ ਵਾਰੀਅਰ ਜਿਨ੍ਹਾਂ ਨੇ ਏਡੀ ਵੱਡੀ ਲੜਾਈ ਲੜੀ ਕਰੋਨਾ ਦੇ ਖਿਲਾਫ, ਔਰ ਬੜੇ ਇਹਨਾਂ ਦੇ ਮਤਲਬ ਸ਼ੁਕਰਾਨਾ ਕਰਨ ਵਾਸਤੇ, ਇਹਨਾਂ ਦਾ ਧੰਨਵਾਦ ਕਰਨ ਵਾਸਤੇ ਲਫ਼ਜ਼ ਨਹੀਂ ਮਿਲਦੇ, ਤਾਂ ਇਸ ਥਾਂ ਤੇ, ਇਸ ਮੁਹਾਜ਼ ਤੇ ਆ ਕੇ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਨੰਬਰ ਅਜਿਹੇ ਆ ਗਿਆ ਜਿਹੜੇ ਕਿ ਡਰੇ ਹੋਏ ਆ ਇਸ ਗੱਲ ਨੂੰ ਲੈ ਕੇ ਕਿ ਉਹ ਵੈਕਸੀਨ ਲਈ ਖੁੱਲ ਕੇ ਸਾਹਮਣੇ ਨਹੀਂ ਆ ਰਹੇ। ਫਿਰ ਗੱਲ ਚੱਲੀ ਕਿ ਜਿਹੜੇ ਹੈਡਸ ਆਫ ਦੀ ਡਿਪਾਰਟਮੈਂਟ ਨੇ, ਜਿੰਨੇ ਵੀ, ਜਿਵੇਂ ਸਿਵਲ ਸਰਜਨ ਹੋ ਗਿਆ ਜਾਂ ਕਿਸੇ ਹਸਪਤਾਲ ਦਾ SMO ਆ ਜਾਂ ਕੋਈ ਹੋਰ ਜਿਹੜੇ ਡਾਕਟਰ ਨੇ ਜਿਨ੍ਹਾਂ ਨੂੰ ਦੇਖ ਕੇ ਸੇਧ ਲੈ ਸਕਣ, ਉਹਨਾਂ ਨੂੰ ਪਾਇਲਟ ਸੀਟ ਤੇ ਬਿਠਾਇਆ ਜਾਏ, ਉਹਨਾਂ ਨੂੰ ਪਹਿਲਾਂ ਵੈਕਸੀਨੇਸ਼ਨ ਦਿੱਤੀ ਜਾਵੇ। ਉਹਨਾਂ ਨੇ ਵੈਕਸੀਨੇਸ਼ਨ ਲਈ, ਹੁਣ ਉਹ ਪ੍ਰਚਾਰ ਕਰ ਰਹੇ ਨੇ ਕਿ ਇਹ ਵੈਕਸੀਨੇਸ਼ਨ ਜਦੋਂ ਉਹਨਾਂ ਵੱਲੋਂ ਲਈ ਗਈ ਹੈ ਉਹਨਾਂ ਤੇ ਕਿਸੇ ਤਰੀਕੇ ਦਾ ਕੋਈ ਜਿਹੜਾ ਮਾੜਾ ਅਸਰ ਦੇਖਣ ਨੂੰ ਨਹੀਂ ਮਿਲਿਆ। ਇੱਥੋਂ ਤੱਕ ਕਿ ਜਿਹੜਾ ਕਿਹਾ ਜਾ ਰਿਹਾ ਸੀ ਕਿ ਅੱਧਾ ਘੰਟਾ ਬਿਠਾ ਕੇ ਉਹਨੂੰ ਦੇਖਣਾ ਪੈਂਦਾ ਹੈ ਕਿ ਕਿਤੇ ਕੋਈ ਘਬਰਾਹਟ ਤੇ ਨਹੀਂ ਹੁੰਦੀ, ਕਿਤੇ ਬੁਖਾਰ ਤੇ ਨਹੀਂ ਹੁੰਦਾ, ਕਿਤੇ ਜਿੱਥੇ ਟੀਕਾ ਲਾਇਆ ਉੱਥੇ ਰੈਸ਼ਸ ਤੇ ਨਹੀਂ ਹੁੰਦੇ ਜਾਂ ਕੋਈ ਹੋਰ ਤਰ੍ਹਾਂ ਦੀ ਕੰਪਲਿਕੇਸ਼ਨ ਪੈਦਾ ਤੇ ਨਹੀਂ ਹੁੰਦੀ। ਇਹ तमाम ਚੀਜ਼ਾਂ ਜਿਹੜੀਆਂ ਜਦੋਂ ਉਹਨਾਂ ਨੇ ਆ ਕੇ ਲੋਕਾਂ ਦੇ ਵਿੱਚ ਦੱਸਣੀਆਂ ਸ਼ੁਰੂ ਕੀਤੀਆਂ, ਹੁਣ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਹਨ ਕਿ ਉਹ ਅਜਿਹੀ ਕੋਈ ਚੀਜ਼ ਨਹੀਂ ਹੈ। ਖਾਸ ਤੌਰ ਤੇ ਜਿਹੜੇ ਡਾਕਟਰ ਸਾਹਿਬ ਨਾਲ ਜਿਨ੍ਹਾਂ ਨਾਲ ਅਸੀਂ ਗੱਲ ਕਰਨੀ ਸੀ, ਇਹਨਾਂ ਨੇ ਵੀ ਜਿਹੜੀ ਵੈਕਸੀਨੇਸ਼ਨ ਖੁਦ ਲਈ ਪਹਿਲੋਂ, ਔਰ ਉਸ ਤੋਂ ਬਾਅਦ ਆਪਣੇ ਸਟਾਫ ਨੂੰ ਜਾਂ ਹੋਰ ਸ਼ਹਿਰ ਵਾਸੀਆਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ। ਇਹ ਵੈਕਸੀਨ ਜਿਹੜੀ ਹੈ ਲੈਣੀ ਪਏਗੀ, ਲੈਣੀ ਚਾਹੀਦੀ ਹੈ। ਔਰ ਸਭ ਤੋਂ ਵੱਡੀ ਗੱਲ ਸ਼ਹਿਰੀ ਜੀ, ਇਹ ਵੈਕਸੀਨ ਜਿਹੜੀ ਆ, ਹੁਣ ਜੇ ਕੁਝ ਸਿਲੈਕਟਡ ਬੰਦੇ ਲੈ ਲੈਂਦੇ ਨੇ ਵੈਕਸੀਨ ਤਾਂ ਉਸਦਾ ਫਿਰ ਕੋਈ ਅਸਰ ਨਹੀਂ ਹੋਣਾ। ਫਿਰ ਜਿਹੜੇ ਇੱਕ ਮਾਸ ਮੂਵਮੈਂਟ ਜਦ ਤੱਕ ਨਹੀਂ ਬਣਦੀ ਤਦ ਤੱਕ ਇਸ ਦਾ ਅਸਰ ਨਹੀਂ ਹੋਣਾ, ਤਦ ਤੱਕ ਇਸ ਨੂੰ ਰੋਕਣ ਦੇ ਵਿੱਚ ਜਿਹੜੀ ਕਾਮਯਾਬੀ ਹਾਸਲ ਨਹੀਂ ਹੋ ਸਕਦੀ। ਉਦਾਂ ਜੇ ਦੇਖਣ ਦੀ ਗੱਲ ਕਰੀਏ, ਦੇਖੋ ਲੋਕੀ ਹਰ ਚੀਜ਼ ਚੋਂ ਮਿਸਾਲਾਂ ਕੱਢਣ ਦੀ ਕੋਸ਼ਿਸ਼ ਕਰਦੇ ਨੇ ਕਿ ਆਹ ਫਲਾਣੀ ਮਿਸਾਲ ਉਸ ਥਾਂ ਤੇ ਆ, ਤੇ ਹੁਣ ਕੀ ਹੋ ਰਿਹਾ, ਹੁਣ ਦੇਖੋ ਦੇਖੀ ਜੋ ਕੁਝ ਹੋ ਰਿਹਾ, ਦੇਖੋ ਦੇਖੀ ਹੋ ਰਿਹਾ। ਲੋਕਾਂ ਦਾ ਵੀ ਕਸੂਰ ਨਹੀਂ, ਕਿਉਂਕਿ ਲੋਕਾਂ ਨੇ ਸੰਤਾਪ ਬੜਾ ਵੱਡਾ ਭੋਗ ਗਿਆ। ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀ ਗਈਆਂ, ਜਾਨਾਂ ਚਲੀਆਂ ਗਈਆਂ, ਕੀ ਕੁਝ ਨਹੀਂ ਹੋਇਆ ਲੋਕਾਂ ਨਾਲ, ਮਤਲਬ ਸ਼ਬਦ ਨਹੀਂ ਨੇ ਕਿ ਜੇ ਉਹਨਾਂ ਚੀਜ਼ਾਂ ਨੂੰ ਬਿਆਨ ਕੀਤਾ ਜਾ ਸਕੇ। ਹੁਣ ਅਸੀਂ ਆਪ ਵਿਚਰਦੇ ਹਾਂ, ਜਦੋਂ ਅਸੀਂ ਖੁਦ ਬਾਹਰ ਵਿਚਰਦੇ ਹਾਂ ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਬੇਪਰਵਾਹੀ ਹੈ ਇਸ ਗੱਲ ਨੂੰ ਲੈ ਕੇ ਕਿ ਕਰੋਨਾ ਹੈਗਾ ਵੀ ਜਾਂ ਨਹੀਂ। ਇਸ ਗੱਲ ਨੂੰ ਲੈ ਕੇ ਉਹ ਚੀਜ਼ਾਂ ਜਿਹੜਾ ਪਹਿਲੋਂ ਕੀਤਾ ਜਾ ਰਿਹਾ ਸੀ, ਜਾਂ ਪੁਲਿਸ ਵੱਲੋਂ ਵੀ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ, ਚਲਾਨ ਕੱਟੇ ਜਾ ਰਹੇ ਸੀ, ਉਹ ਚੀਜ਼ਾਂ ਹੁਣ ਨਜ਼ਰ ਨਹੀਂ ਆ ਰਹੀਆਂ, ਬਹੁਤ ਘੱਟ ਨੇ। ਜੇ ਕੋਈ ਆਪਣੇ ਤੌਰ ਤੇ ਮਾਸਕ ਪਾ ਰਿਹਾ ਤਾਂ ਪਾ ਰਿਹਾ, ਨਹੀਂ ਤੇ ਨਹੀਂ ਪਾ ਰਿਹਾ। ਦੂਜਾ ਧਿਆਨ ਲੋਕਾਂ ਦਾ ਕਿਸਾਨਾਂ ਵੱਲ ਹੈ ਕਿ ਕਿਸਾਨ ਐਡੀ ਵੱਡੀ ਸੰਖਿਆ ਦੇ ਵਿੱਚ ਉੱਥੇ ਬੈਠੇ ਹੋਏ ਨੇ। ਲਓ ਜੀ, ਉੱਥੇ ਕੀ ਹੋ ਗਿਆ, ਉੱਥੇ ਤੇ ਕੁਝ ਨਹੀਂ ਹੋਇਆ, ਉਹਨਾਂ ਤੇ ਕੁਝ ਨਹੀਂ ਹੁੰਦਾ, ਕਰੋਨਾ ਹੈਗਾ ਹੀ ਨਹੀਂ। ਇਹ ਚੀਜ਼ਾਂ ਜਿਹੜੀਆਂ तमाम ਚੀਜ਼ਾਂ ਨੇ, ਵਾਕਈ ਸਵਾਲ ਬਾਰ-ਬਾਰ ਉੱਠ ਰਹੇ ਸੀਗੇ ਔਰ ਇਹੀ ਲੱਗ ਰਿਹਾ ਸੀਗਾ ਅਸੀਂ ਉਹ ਲੋਕ ਵੀ ਜਾਣਦੇ ਹਾਂ ਜਿਨ੍ਹਾਂ ਨੂੰ ਕਰੋਨਾ ਹੋਇਆ, ਬਟ ਤਕਰੀਬਨ ਇਹ ਗੱਲ ਰਾਜੇਸ਼ ਜੀ ਕਿਤੇ ਨਾ ਕਿਤੇ ਦੇਖੀ ਗਈ ਹੈ ਕਿ ਕੁਝ ਲੋਕ, ਬਹੁਤੇ ਲੋਕ ਅਜਿਹੇ ਸਨ ਜਿਹੜੇ ਕਿ ਜ਼ਿਆਦਾਤਰ ਖੁਦ ਹੀ ਹੈ ਘਰਾਂ ਦੇ ਵਿੱਚ ਕੁਆਰੰਟੀਨ ਹੋ ਕੇ ਹੀ ਠੀਕ ਹੋਏ ਨੇ। ਹਾਂ ਬਿਲਕੁਲ, ਇਹ ਦੇਖੋ ਉਸ ਵੇਲੇ ਤੇ ਅਸੀਂ ਇਹੀ ਗੱਲਾਂ ਕਰਦੇ ਸੀ ਕਿ ਜਿਸ ਤਨ ਲਾਗੇ ਸੋ ਤਨ ਜਾਣੇ, ਕਿ ਜਿਹਨੂੰ ਕਰੋਨਾ ਹੁੰਦਾ ਹੈ, ਜਿਹਨੂੰ ਉਸ ਮੌਤ ਦਾ ਮੂੰਹ ਵੇਖਣਾ ਪੈਂਦਾ ਹੈ, ਉਹ ਅਸਲੀਅਤ ਬਿਆਨ ਕਰ ਸਕਦਾ ਹੈ ਕਿ ਉਹਨਾਂ ਹੋਇਆ ਕੀ, ਉਹਨਾਂ ਬੀਤਿਆ ਕੀ। ਉਹ ਤਾਂ ਅਸੀਂ ਇਦਾਂ ਦੀਆਂ ਗੱਲਾਂ ਕਰਦੇ ਸੀ ਕਰੋਨਾ ਜਦੋਂ ਹੁੰਦਾ ਸੀ, ਔਰ ਵਾਕਿਆ ਹੀ ਇਹ ਵੇਖਣ ਨੂੰ ਮਿਲਿਆ ਕਿ ਲੋਕੀ ਕਿਵੇਂ ਮੌਤ ਦੀ ਅਗੋਸ਼ 'ਚ ਚਲੇ ਵੀ ਗਏ ਤੇ ਜਾਂ ਕਿਵੇਂ ਸਾਖਸ਼ਾਤ ਜਿਹੜਾ ਕਹਿ ਸਕਦੇ ਹਾਂ ਅਸੀਂ ਕਿ ਮੌਤ ਦੇ ਦਰਸ਼ਨ ਕਰਕੇ ਜਿਹੜੇ ਵਾਪਸ ਮੁੜੇ। ਉਹ ਆਪਣੇ ਹਾਲਾਤ ਜਦੋਂ ਬਿਆਨ ਕਰਦੇ ਸੀ ਤਾਂ ਲੂ ਕੰਡੇ ਖੜੇ ਹੋ ਜਾਂਦੇ ਸੀ। ਇਹ ਚੀਜ਼ਾਂ ਜਿਹੜੀਆਂ ਅਸੀਂ ਦੇਖੀਆਂ, ਔਰ ਹੁਣ ਵੀ ਕਿਤੇ ਨਾ ਕਿਤੇ ਅਜਿਹੀ ਖਬਰ ਆ ਜਾਂਦੀ ਹੈ। ਮੈਂ ਇੱਕ ਪ੍ਰੈਕਟੀਕਲ ਐਗਜ਼ਾਮਪਲ ਦੇਣਾ ਚਾਹੂੰਗਾ। ਅਸੀਂ ਤੇ ਕਹਿੰਦੇ ਹਾਂ ਕਿ ਇਹ ਕਰੋਨਾ, ਆਮ ਤੌਰ ਤੇ ਕਹਿੰਦੇ ਆ ਕਿ ਕਰੋਨਾ ਨਹੀਂ ਹੈਗਾ ਜੀ, ਕੋਈ ਐਵੇਂ ਹੀ ਹੈ ਜੀ, ਇਹ ਹੈ ਉਹ ਆ, ਫਲਾਣੇ ਨੂੰ ਕਿਉਂ ਨਹੀਂ ਹੋ ਰਿਹਾ, ਉੱਥੇ ਕਿਉਂ ਨਹੀਂ ਹੋ ਰਿਹਾ, ਇਹ ਅਸੀਂ ਗੱਲਾਂ ਕਰਦੇ ਹਾਂ। ਪਰ ਅੱਜ ਦੀ ਤਾਜ਼ਾ ਤੁਹਾਨੂੰ ਮੈਂ ਇੱਕ ਪ੍ਰੈਕਟੀਕਲ ਐਗਜ਼ਾਮਪਲ ਦੇਣ ਲੱਗਾ ਕਿ ਅੱਜ ਮੈਂ ਇੱਕ ਮੈਡੀਸਨ ਦੀ ਸ਼ਾਪ ਤੇ ਗਿਆ। ਮੈਡੀਸਨ ਦੀ ਸ਼ਾਪ ਤੇ ਹਜੇ ਵੀ ਉਹਨੇ ਅੱਗੇ ਇੱਕ ਬਾਂਸ ਜਿਹਾ ਲਾ ਕੇ ਇੱਕ ਡਿਸਟੈਂਸ ਬਣਾਇਆ ਹੈ ਸੀਗਾ ਕਿ ਇਸ ਤੋਂ ਅੱਗੇ ਜਿਹੜਾ ਆਪਣਾ ਕਸਟਮਰ ਹੈ ਉਹ ਨਹੀਂ ਜਾ ਸਕਦਾ। ਉਸਦਾ ਇੱਕ ਕਰਿੰਦਾ ਬਾਹਰ ਆਉਂਦਾ ਹੈ, ਪੈਸੇ ਫੜਦਾ ਹੈ, ਪੈਸੇ ਫੜ ਕੇ ਅੰਦਰ ਦਿੰਦਾ ਹੈ ਤੇ ਅੰਦਰੋਂ ਦਵਾਈ ਲਿਆ ਕੇ ਬਾਹਰ ਦੇ ਦਿੰਦਾ ਹੈ।
ਜੀ ਬਿਲकुल। ਤਾਂ ਉਸਨੇ ਜਦ ਮੈਂ ਉਸਨੂੰ ਪੁੱਛਿਆ, ਮੈਂ ਕਿਹਾ ਯਾਰ ਸਾਰੀ ਦੁਕਾਨਾਂ ਵਾਲੇ ਜਿਹੜੇ ਨੇ ਉਹ ਹੁਣ ਤੇ ਇਦਾਂ ਦਾ ਕੋਈ ਕਰ ਹੀ ਨਹੀਂ ਰਹੇ, ਤੇ ਤੂੰ ਇਕੱਲੇ ਨੇ ਕਿਉਂ ਰੱਖਿਆ? ਮੈਂ ਕਿਹਾ ਜਾਂ ਤਾਂ ਮੈਡੀਸਨ ਦੀ ਦੁਕਾਨ ਹੈ। ਮੈਂ ਕਿਹਾ ਇਹ ਹੋ ਸਕਦਾ ਕਿ ਇੱਥੇ ਜਿਹੜੇ ਪੇਸ਼ੈਂਟ ਆਉਂਦੇ ਨੇ, ਮੋਸਟਲੀ ਪੇਸ਼ੈਂਟ ਆਉਂਦੇ ਨੇ ਕਿਸੇ ਨਾ ਕਿਸੇ ਨਾਲ ਬਿਮਾਰੀ ਨਾਲ ਰਿਲੇਟਡ, ਜਿਹੜੇ ਆਉਂਦੇ ਨੇ ਲੋਕ, ਜਾਂ ਉਹਨਾਂ ਦੇ ਭਾਵੇਂ ਜਿਹੜੇ ਉਹਨਾਂ ਦੇ ਜਿਹੜੇ ਪੇਰੈਂਟਸ ਹੋ ਗਏ ਜਾਂ ਭਰਾ ਭੈਣ, ਉਹ ਦਵਾਈ ਲੈਣ ਆਉਂਦੇ ਨੇ, ਪਰ ਕਿਤੇ ਨਾ ਕਿਤੇ ਉਹ ਕੋਰਿਲੇਸ਼ਨ ਜਿਹਾ ਬਣ ਜਾਂਦਾ ਥੋੜਾ ਜਿਹਾ। ਬਿਲकुल। ਪਰ ਉਹਦਾ ਜਵਾਬ ਬੜਾ ਸੁਣ ਕੇ ਮੈਂ ਹੈਰਾਨ ਹੋਇਆ। ਕਹਿੰਦਾ ਦੇਖੋ, ਕਹਿੰਦਾ ਸਾਡੇ ਕੋਲ ਜਿਹੜੀ ਪ੍ਰਿਸਕ੍ਰਿਪਸ਼ਨ ਹੁੰਦੀ ਹੈ ਦਵਾਈਆਂ ਦੀ, ਉਹ ਦਵਾਈਆਂ ਦਾ ਤੁਹਾਨੂੰ ਪਤਾ ਲੱਗ ਜਾਂਦਾ ਕਿ ਦਵਾਈਆਂ ਜਾਣੀਆਂ ਕਿਹਨੂੰ ਨੇ ਜੀ। ਕਹਿੰਦਾ ਮੇਰੇ ਕੋਲ ਜਿਹੜੀਆਂ ਮੈਡੀਸਨ ਜਾ ਰਹੀਆਂ, ਉਹ ਮੇਰੇ ਕੋਲ 4-5 ਮਰੀਜ਼ਾਂ ਦੀਆਂ ਮੈਡੀਸਨ ਰੋਜ਼ ਜਾ ਰਹੀਆਂ, ਤੇ ਉਹਦੀ ਇਕੱਲੇ ਦੀ ਇੱਕ ਦੁਕਾਨ ਤੇ ਨਹੀਂ, ਸ਼ਹਿਰ ਦੇ ਵਿੱਚ ਹਜ਼ਾਰਾਂ ਦੁਕਾਨਾਂ ਨੇ। ਸ਼ਹਿਰ ਦੇ ਵਿੱਚ ਜਾਓ, ਪਿੰਡ, ਉਸ ਤੋਂ ਬਾਅਦ ਪਿੰਡਾਂ 'ਚ ਜਾਓ, ਉਸ ਤੋਂ ਬਾਅਦ ਜੇ ਪੂਰੇ ਪੰਜਾਬ ਦੀ ਗੱਲ ਕਰੀਏ, ਪੂਰੇ ਦੇਸ਼ ਦੀ ਗੱਲ ਕਰੀਏ, ਤੇ ਕਿੰਨੀਆਂ ਦੁਕਾਨਾਂ। ਇਹ ਇੱਕ ਸਿੰਗਲ ਦੁਕਾਨ ਦੇ ਉੱਤੇ 4-5 ਪ੍ਰਿਸਕ੍ਰਿਪਸ਼ਨ ਜਿਹੜੀਆਂ ਕਰੋਨਾ ਪੇਸ਼ੈਂਟ ਦੀਆਂ ਆ ਰਹੀਆਂ ਨੇ, ਇਟ ਮੀਨਸ ਕਿ ਉਹ ਉਸਦੀ ਗ੍ਰੈਵਿਟੀ ਆ ਜੀ, ਹਾਂ, ਉਸਦੀ ਗ੍ਰੈਵਿਟੀ ਨੂੰ ਅੰਦਾਜ਼ਾ ਲਾਇਆ ਜਾ ਸਕਦਾ। ਬਿਲकुल। ਇਸ ਕਰਕੇ ਕਿਤੇ ਨਾ ਕਿਤੇ ਜੀ ਰਾਜੇਸ਼ ਜੀ, ਆਪਣੇ ਨਾਲ ਐਕਸਪਰਟ ਜੀ, ਠੀਕ ਹੈ, ਆਪਣੇ ਨਾਲ ਇਸ ਵੇਲੇ ਐਕਸਪਰਟ ਜਿਹੜੇ ਡਾਕਟਰ ਨੇ ਰਾਕੇਸ਼ ਜੀ, ਉਹ ਵੀ ਜੁੜ ਚੁੱਕੇ ਨੇ। ਰਾਜੇਸ਼ ਜੀ, ਤੁਹਾਡੇ ਤੇ ਮੈਂ ਬਾਅਦ ਤੋਂ ਆਵਾਂਗੀ, ਅਸੀਂ ਹੋਰ ਵੀ ਬਹੁਤ ਸਾਰੀਆਂ ਖਬਰਾਂ ਸੰਬੰਧੀ ਗੱਲਬਾਤ ਕਰਨੀ ਹੈ। ਸੋ ਡਾਕਟਰ ਰਾਕੇਸ਼ ਜੀ ਨਾਲ ਵੀ ਗੱਲ ਕਰਦੇ ਹਾਂ ਕਿ ਵੈਕਸੀਨੇਸ਼ਨ ਡਾਕਟਰ ਰਾਕੇਸ਼ ਖੁਦ ਵੀ ਲੈ ਚੁੱਕੇ ਨੇ। ਡਾਕਟਰ ਰਾਕੇਸ਼ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਡਾਕਟਰ ਸਾਹਿਬ, ਤੁਹਾਨੂੰ ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਹੈ ਜੀ, ਤੁਸੀਂ ਖੁਦ ਵੀ ਵੈਕਸੀਨ ਜਿਹੜੀ ਹੈ ਲੈ ਚੁੱਕੇ ਹੋ, ਤੁਸੀਂ ਵੈਕਸੀਨ ਕਿਹੜੀ ਲਈ ਹੈ ਤੇ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ? ਸਭ ਤੋਂ ਪਹਿਲਾਂ ਤਾਂ ਇਸ ਸੰਬੰਧੀ ਪਲੀਜ਼ ਜਾਣਕਾਰੀ ਦਿਓ। ਸ਼ਰੀ ਜੀ, ਪਹਿਲੇ ਤੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਮੈਨੂੰ ਲਾਈਵ ਲਿਆ ਆਪਣੇ ਚੈਨਲ ਤੇ ਜੀ। ਔਰ ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਜਿਹੜੇ ਕਿ ਵੈਨਕੂਵਰ 'ਚ ਨੇ, ਸਪੈਸੀਫਿਕਲੀ ਤੁਹਾਡੇ ਚੈਨਲ ਦੇਖ ਰਹੇ ਨੇ, ਔਰ ਜਿਹੜੇ ਬਾਕੀ ਸਾਰੇ ਕੈਨੇਡਾ ਦੇ ਵਿੱਚ ਵਸ ਰਹੇ ਨੇ, ਉਹਨਾਂ ਨੂੰ ਮੇਰਾ ਬਹੁਤ ਪਿਆਰ ਭਰਾ ਸਤਿ ਸ਼੍ਰੀ ਅਕਾਲ, ਨਮਸਤੇ। ਤੇ ਅੱਛਾ ਲੱਗਦਾ ਜਦੋਂ ਅਸੀਂ ਆਪਣੇ ਡਾਇਸਪੋਰਾ ਨੂੰ ਮਿਲਦੇ ਹਾਂ ਬਾਹਰੋਂ। ਜਿਹੜਾ ਤੁਸੀਂ ਸਵਾਲ ਕੀਤਾ ਜੀ ਕਿ ਰਿਗਾਰਡਿੰਗ ਵੈਕਸੀਨ, ਜਿਹੜੀ ਮੈਂ ਵੈਕਸੀਨ ਲਈ ਸੀ ਜੀ, ਉਹ ਸੈਟਰਡੇ ਨੂੰ 16 ਜਦੋਂ ਇੰਡੀਆ ਦੇ ਵਿੱਚ ਪ੍ਰੋਗਰਾਮ ਲਾਂਚ ਹੋਇਆ ਸੀ, ਉਹ ਪ੍ਰੋਗਰਾਮ ਦੇ ਤਹਿਤ ਸਾਨੂੰ ਕੋਵਿਸ਼ੀਲਡ ਵੈਕਸੀਨ ਜਿਹੜੀ ਉਹ ਪ੍ਰੋਵਾਈਡ ਕੀਤੀ ਗਈ ਸੀ। ਤੇ ਉਹ ਇੱਕ ਨੈਚੁਰਲ ਪ੍ਰੋਸੈਸ, ਉਹ 'ਚ ਸਾਡੀ ਚੋਇਸ ਨਹੀਂ ਸੀ, ਬਟ ਐਨੀਵੇਜ਼ ਇਟ ਵਾਸ ਅ ਗੁੱਡ ਚੋਇਸ ਐਨੀਵੇਜ਼। तो ਸਾਨੂੰ ਕੋਵਿਸ਼ੀਲਡ ਮਿਲੀ ਸੀ ਜੀ। ਤੇ ਇੰਡੀਆ 'ਚ ਇਸ ਵੇਲੇ ਦੋ ਚੋਇਸਸ ਨੇ, ਯੂ ਮਸਟ ਬੀ ਨੋਇੰਗ, ਕੋਵਿਸ਼ੀਲਡ ਅਤੇ ਕੋਵੈਕਸਿਨ ਹੈ। ਤੇ ਸੋ ਫਾਰ ਇਟਸ ਆਲ ਗੁੱਡ ਜੀ। ਜੀ ਡਾਕਟਰ ਸਾਹਿਬ, ਇਹ ਸਮਝਾ ਸਕਦੇ ਹੋ ਕਿ ਕੋਵਿਸ਼ੀਲਡ ਔਰ ਕੋਵੈਕਸਿਨ ਦੇ ਵਿੱਚ ਫਰਕ ਕੀ ਹੈ? ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਨੇ ਥੋੜੇ ਕਨਫਿਊਜ਼ ਨੇ ਕਿ ਕਿਹੜੀ ਵੈਕਸੀਨ ਸਾਡੇ ਵਾਸਤੇ ਸਹੀ ਹੈ ਭਾਰਤ ਦੇ ਵਿੱਚ। देखिए जी, जे ਅਸੀਂ ਟੈਕਨੀਕਲੀ ਗੱਲ ਕਰੀਏ ਤਾਂ ਦੋਨਾਂ ਵੈਕਸੀਨ 'ਚ ਕੋਈ ਬਹੁਤਾ ਫਰਕ ਨਹੀਂ ਹੁੰਦਾ। ਕੋਵਿਸ਼ੀਲਡ ਜਿਹੜੀ ਹੈ ਉਹ ਇੱਕ ਰੀਕੰਬੀਨੈਂਟ ਟੈਕਨੋਲੋਜੀ ਹੁੰਦੀ ਹੈ, ਜਿਹਦੇ ਵਿੱਚ ਅਸੀਂ ਵੈਕਸੀਨ ਨੂੰ ਉਹਦਾ ਇੱਕ ਕਹਿ ਲਓ ਕਿ ਤੁਸੀਂ ਇੱਕ ਇਮੇਜ ਤਿਆਰ ਕਰਕੇ ਉਹਦੇ ਹਿਸਾਬ ਨਾਲ ਉਹਦਾ ਅਸੀਂ ਐਂਟੀਜਨ ਤਿਆਰ ਕਰਕੇ ਬੋਡੀ ਤੋਂ ਰਿਐਕਸ਼ਨ ਐਕਸਪੈਕਟ ਕਰਦੇ। ਜਦਕਿ ਜਿਹੜੀ ਕੋਵੈਕਸਿਨ ਹੈਗੀ ਹੈ ਉਹਦੀ ਟੈਕਨੋਲੋਜੀ ਥੋੜੀ ਜਿਹੀ ਡਿਫਰੈਂਟ, ਉਹਦੇ 'ਚ ਲਾਈਵ ਅਟੈਨੂਏਟਡ ਇਨਐਕਟੀਵੇਟਡ ਵਾਇਰਸ ਨੂੰ ਅਸੀਂ ਯੂਜ਼ ਕਰਦੇ ਹਾਂ। ਦੋਨਾਂ ਵਿੱਚ ਸਿਰਫ ਡਿਫਰੈਂਸ ਇੰਨਾ ਕਿ ਲੋਕਾਂ 'ਚ ਕਈ ਵਾਰੀ ਇਹ ਹੁੰਦੀ ਹੈ, ਮਨ 'ਚ ਵਹਿਮ ਆ ਜਾਂਦਾ ਕਿ ਜਿਹੜੀ ਲਾਈਵ ਵੈਕਸੀਨ ਅਟੈਨੂਏਟਡ ਵਰਡ ਯੂਜ਼ ਕਰਦੇ ਆ, ਮੀਨਸ ਕਿਲਡ। ਉਹ ਵੈਕਸੀਨ ਕਿਸੇ ਵੇਲੇ ਬੋਡੀ ਵਿੱਚ ਚਲੇ ਜਾਂਦੀ ਹੈ ਤੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਬਾਰੇ ਸਾਡੀ ਬੋਡੀ ਵਿੱਚ ਵਾਇਰਸ ਚਲਾ ਜਾਣਾ। ਉਹ ਇੱਕ ਭ੍ਰਮ ਹੈ, ਉਹ ਇੱਕ ਆਪਾਂ ਮਤਲਬ ਇੱਕ ਅਨਨੈਸੈਸਰੀ ਫੋਬੀਆ ਬਣਿਆ ਹੋਇਆ ਮਾਈਂਡ ਵਿੱਚ। ਵੈਕਸੀਨਸ ਜਦ ਵੀ ਇੰਟਰੋਡਿਊਸ ਹੁੰਦੀਆਂ ਨੇ ਮਾਰਕੀਟ 'ਚ ਫॉर ਪੇਸ਼ੈਂਟਸ, ਉਹ ਵਿਦ ਡਿਊ ਰਿਸਰਚ ਇੰਟਰੋਡਿਊਸ ਹੁੰਦੀਆਂ ਨੇ, ਐਂਡ ਲੋਕਾਂ ਨੂੰ ਉਹਦੀ ਸੇਫਟੀ ਉੱਪਰ ਕੁਐਸਚਨ ਨਹੀਂ ਕਰਨਾ ਚਾਹੀਦਾ। ਮੈਂ ਬਾਰ-ਬਾਰ ਇਹ ਗੱਲ ਕਰਦਾ ਹੈ, ਉਹਦੀ ਐਫੀਕੇਸੀ ਦੇ ਉੱਪਰ ਕੁਐਸਚਨ ਕਰੀਏ। ਸੇਫਟੀ ਇਜ਼ ਨਾਟ ਐਨ ਇਸ਼ੂ। ਕਿਸੇ ਪੇਸ਼ੈਂਟ ਨੂੰ ਵੈਕਸੀਨ ਦੇ ਨਾਲ ਲਾਈਫ ਥ੍ਰੈਟਨਿੰਗ ਪ੍ਰੋਬਲਮ ਕੋਈ ਨਹੀਂ ਹੋਏਗੀ। ਸੋ ਕੋਵਿਸ਼ੀਲਡ ਜਿਹੜੀ ਹੈ ਉਹ ਰੀਕੰਬੀਨੈਂਟ ਟੈਕਨੋਲੋਜੀ ਹੈ, ਜਿਹੜੀ ਕਿ ਐਸਟਰਾਜੈਨੇਕਾ ਇੱਕ ਕੰਪਨੀ ਹੈ, ਜਿਹੜੀ ਨੋਰਵੇਜੀਅਨ ਕੰਪਨੀ ਹੈ, ਆਕਸਫੋਰਡ ਯੂਨੀਵਰਸਿਟੀ ਜਿਹੜੀ ਹੈਗੀ ਹੈ UK ਦੀ, ਉਹਦੇ ਨਾਲ ਮਿਲ ਕੇ ਉਹ ਬਣਾ ਰਹੇ ਨੇ। ਔਰ ਕੋਵਿਸ਼ੀਲਡ ਜਿਹੜੀ ਪ੍ਰੋਡਕਸ਼ਨ ਹੈ ਉਹ ਇੰਡੀਆ 'ਚ ਹੋ ਰਹੀ ਹੈ। तो कोवैक्सीन ਜਿਹੜੀ ਹੈ ਉਹ ਭਾਰਤ ਬਾਇਓਟੈਕ ਜਿਹੜੀ ਹੈ ਉਹ ਕੰਪਨੀ ਇੰਡੀਆ ਦੀ ਹੈ ਜਿਹੜੀ ਉਹ ਪ੍ਰੋਡਿਊਸ ਕਰ ਰਹੀ ਹੈ। ਕੋਵੈਕਸੀਨ ਤੇ ਕੋਵਿਸ਼ੀਲਡ ਦੇ ਵਿੱਚ ਸਿਰਫ ਡਿਫਰੈਂਸ ਇੰਨਾ ਹੈ ਕਿ ਕੋਵਿਸ਼ੀਲਡ ਦੇ ਟ੍ਰਾਇਲਸ ਪੂਰੇ ਹੋ ਚੁੱਕੇ, ਉਹਦਾ ਡੇਟਾ ਆਊਟ ਹੋ ਚੁੱਕਾ ਹੈ। ਜਿਹੜਾ ਕੋਵੈਕਸੀਨ ਹੈ ਉਹਦੇ ਟ੍ਰਾਇਲਸ ਪੂਰੇ ਹੋ ਚੁੱਕੇ ਆ, ਲੇਕਿਨ ਡੇਟਾ ਅਜੇ ਆਊਟ ਨਹੀਂ ਹੋਇਆ। ਡੇਟਾ ਮਿਡ ਫੈਬਰੂਅਰੀ ਦੇ ਵਿੱਚ ਐਕਸਪੈਕਟਡ ਆਊਟ ਹੋ ਜਾਏਗਾ, ਅਰਲੀ ਮਾਰਚ ਦੇ ਵਿੱਚ। ਬਾਈ ਦੈਟ ਟਾਈਮ ਯੂ ਹੈਵ ਆਲ ਦ ਰਾਈਟ ਟੂ ਆਸਕ ਅਬਾਊਟ ਦੀ ਐਫੀਕੇਸੀ or about the veracity, whether we should go for a covaxin this thing or covishield. So covaxin ਦਾ ਸਿਰਫ ਇੰਨਾ ਹੀ ਇੱਕ ਡੈਫੀਸ਼ੀਐਂਸੀ ਹੈ, ਅਦਰਵਾਈਜ਼ I guess as a doctor both the vaccines are safe. ਜੀ ਤੇ ਡਾਕਟਰ ਸਾਹਿਬ, ਲੋਕ ਡਰ ਕਿਉਂ ਰਹੇ ਨੇ ਵੈਕਸੀਨ ਲੈਣ ਤੋਂ? ਚਲੋ ਆਮ ਜਨਤਾ ਤਾਂ ਡਰੇਗੀ, ਫਰੰਟ ਲਾਈਨ ਵਰਕਰਸ ਜਿਹੜੇ ਨੇ ਉਹ ਵੀ ਬਹੁਤ ਸਾਰੇ ਡਰ ਰਹੇ ਨੇ ਕਿ ਅਸੀਂ ਵੈਕਸੀਨ ਨਹੀਂ ਲੈਣੀ। ਇਹ ਕਿਉਂ, ਇਹ ਡਰ ਉਹਨਾਂ ਦੇ ਅੰਦਰ ਬਣਿਆ ਕਿਉਂ ਹੋਇਆ ਵੈਕਸੀਨ ਨੂੰ ਲੈ ਕੇ?
ਇੱਕ ਤਾਂ ਕੁਝ ਸੋਸ਼ਲ ਮੀਡੀਆ ਦੇ ਵਿੱਚ ਵੀ ਥੋੜਾ ਜਿਹਾ ਫੀਅਰ ਸਾਈਕੋਸਿਸ ਜਨਰੇਟ ਕੀਤਾ ਗਿਆ ਵੇਰੀਅਸ ਰੀਜ਼ਨ ਆਈ ਵੋਂਟ ਗੋ ਇਨਟੂ ਡਿਟੇਲਸ ਅਬਾਊਟ ਦੈਟ ਲੇਕਿਨ ਜਿਹੜੀ ਡਰ ਹੈ ਉਹ ਇੱਕ ਬਿਮਾਰੀ ਦਾ ਵੀ ਹੈ ਜਦੋਂ ਇਹ ਕੋਵਿਡ-19 ਸ਼ੁਰੂ ਹੋਈ ਸੀ ਇਟਸ ਆਲਮੋਸਟ ਅ ਈਅਰ ਜਨਵਰੀ ਦਸੰਬਰ ਦੇ ਆਸ-ਪਾਸ ਹੀ ਸ਼ੁਰੂ ਹੋਈ ਸੀ ਇੰਡੀਆ ਜਨਵਰੀ ਦੇ ਵਿੱਚ ਫਰਵਰੀ ਦੇ ਫਸਟ ਵੀਕ ਚ ਆਈ ਸੀ ਇੱਕ ਸਾਲ ਜ਼ਿੰਦਗੀ ਦਾ ਅਸੀਂ ਲੋਕਾਂ ਨੇ ਜਿਹੜਾ ਦੇਖਿਆ ਹੈ ਉਹ ਨਾ ਤੇ ਅਸੀਂ ਕਦੀ ਸੋਚਿਆ ਸੀ ਤੇ ਨਾ ਹੀ ਮੇਰਾ ਖਿਆਲ ਸਾਡੀ ਰਹਿੰਦੀ ਜ਼ਿੰਦਗੀ ਦੇ ਵਿੱਚ ਇਹ ਜਾਂ ਕਦੀ ਦੁਬਾਰਾ ਮੌਕਾ ਆਏਗਾ ਉਹ ਇੱਕ ਐਸਾ ਪੀਰੀਅਡ ਸਾਨੂੰ ਮਿਲਿਆ ਜਿਹਦੇ ਵਿੱਚ ਕਿ ਸਾਡੇ ਮਨ 'ਚ ਇੱਕ ਫੀਅਰ ਸਾਈਕੋਸਿਸ ਬਿਮਾਰੀ ਬਾਰੇ ਜਨਰੇਟ ਹੋ ਚੁੱਕੀ ਦੈਨ ਲੋਕਾਂ ਨੇ ਇੰਨਾ ਉਹਨਾਂ ਨੇ ਇੱਕ ਲੋ ਐਬ ਆਫ ਲਾਈਫ ਦੇਖ ਲਿਆ ਕਿ ਉਹਨੂੰ ਲੱਗਦਾ ਸੀ ਕਿ ਅਸੀਂ ਇੱਕ ਤਰ੍ਹਾਂ ਦੇ ਇੱਕ ਐਸੀ ਸਿਚੁਏਸ਼ਨ 'ਚ ਆ ਗਏ ਜਿਸ 'ਚੋਂ ਸਾਡਾ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੈ ਉਹਦੇ ਵਾਸਤੇ ਬਹੁਤ ਸਾਰੇ ਲੋਕ ਇੱਕ ਵੈਕਸੀਨ ਦੀ ਜਾਂ ਟ੍ਰੀਟਮੈਂਟ ਦੀ ਐਕਸਪੈਕਟੇਸ਼ਨ ਕਰਦੇ ਨੇ ਲੇਕਿਨ ਉਹਦੀ ਪ੍ਰੋਸੈਸਿੰਗ ਨਹੀਂ ਪਤਾ ਟ੍ਰੀਟਮੈਂਟ ਵਾਇਰਲ ਡਿਸੀਜ਼ ਦਾ ਐਜ਼ ਅ ਡਾਕਟਰ ਆਈ ਕੈਨ ਸੇ ਨਹੀਂ ਹੁੰਦਾ ਬਹੁਤ ਘੱਟ ਹੁੰਦਾ ਤੁਹਾਡੀ ਆਪਣੀ ਬੋਡੀ ਦੀ ਇਮਿਊਨਿਟੀ ਹੀ ਤੁਹਾਨੂੰ ਮੈਨੇਜ ਕਰਦੀ ਹੈ ਲੇਕਿਨ ਵੈਕਸੀਨ ਇੱਕ ਐਸੀ ਚੀਜ਼ ਹੈ ਤੁਹਾਨੂੰ ਇਨਫੈਕਸ਼ਨ ਹੋਣ ਤੋਂ ਬਾਅਦ ਉਹਦੇ ਇਫੈਕਟਸ ਆਉਣ ਤੋਂ ਪ੍ਰੋਟੈਕਟ ਕਰਦੀ ਹੈ ਲੋਕਾਂ ਨੂੰ ਇਹ ਚੀਜ਼ਾਂ ਦੀ ਨੌਲੇਜ ਨਹੀਂ ਹੈ ਉਹ ਬਿਮਾਰੀ ਨੂੰ ਤਾਂ ਸਮਝਦੇ ਹੈ ਉਹਦੇ ਵਿੱਚ ਜਿਹੜੀ ਰਿਸਰਚ ਜਿਹੜੀ ਪ੍ਰੋਟੈਕਸ਼ਨ ਵਾਸਤੇ ਜਿਹੜੇ ਡਾਕਟਰਸ ਜਾਂ ਫਾਰਮਾਸਿਊਟੀਕਲ ਕੰਪਨੀਆਂ ਪਾਉਂਦੀਆਂ ਨੇ ਉਹਦੇ ਵਾਸਤੇ ਉਹ ਇੰਨਾ ਸੀਰੀਅਸਲੀ ਜਾਂ ਪੜ੍ਹਦੇ ਨਹੀਂ ਜਾਂ ਦੇਖਦੇ ਨਹੀਂ ਹੈ ਔਰ ਇੱਕ ਕਾਈਂਡ ਆਫ ਫੀਅਰ ਸਾਈਕੋਸਿਸ ਜਨਰੇਟ ਕਰਦੇ ਨੇ ਇੱਕ ਦੂਜੇ ਨੂੰ ਦੇਖ ਕੇ ਕਿ ਚਲੋ ਕੁਝ ਉਹਦੇ ਚ ਪੋਲੀਟੀਕਲ ਰੀਜ਼ਨਸ ਵੀ ਹੈ ਮੈਂ ਉਹਨਾਂ ਵਿੱਚ ਨਹੀਂ honestly I won't go into the details but ਇੱਕ ਜਨਰਲੀ ਅਨਕਾਲਡ ਫॉर ਫੀਅਰ ਸਾਈਕੋਸਿਸ ਹੈ ਇੱਕ ਚੀਜ਼ ਨੂੰ ਮਾਰਕ ਕਰਨਾ ਸ਼ੈਰੀ ਜੀ ਕਿ ਵੈਕਸੀਨੇਸ਼ਨ ਜਿਹੜੀ ਹੈ ਉਹ ਬੱਚਿਆਂ ਤੋਂ ਅਸੀਂ ਸ਼ੁਰੂ ਕਰਦੇ ਹਾਂ ਜਿਹਦੇ ਵਿੱਚ ਤੁਸੀਂ ਸੋਚਿਆ ਦੇਖਿਆ ਹੋਵੇਗਾ ਕਿ ਪੋਲੀਓ ਵੈਕਸੀਨ ਹੈ ਸਮਾਲ ਪੌਕਸ ਹੈ ਦੋ ਬਿਮਾਰੀਆਂ ਇਰੈਡੀਕੇਟ ਹੋ ਚੁੱਕੀਆਂ ਲੇਕਿਨ ਜਦੋਂ ਇਹ ਵੀ ਵੈਕਸੀਨਸ ਡੀਪੀਟੀ ਟੈਟਨਸ ਪੋਲੀਓ ਇਹ ਜਦ ਵੀ ਵੈਕਸੀਨ ਅਸੀਂ ਬੱਚਿਆਂ ਨੂੰ ਦਿੰਦੇ ਆ ਉਹਨਾਂ ਵਿੱਚ ਛੋਟੀ ਮੋਟੀ ਰਿਐਕਸ਼ਨਸ ਫੀਵਰ ਆਣਾ ਇੱਕ ਫਲੂ ਲਾਈਕ ਸਿੰਡਰੋਮ ਅਸੀਂ ਕਹਿੰਦੇ ਆ ਫਲੂ ਮੀਨਸ ਕੋਈ ਨੱਕ ਬਹਿਣਾ ਸ਼ੁਰੂ ਹੋ ਜਾਣਾ ਜਾਂ ਅੱਖਾਂ 'ਚ ਪਾਣੀ ਆਣਾ ਜਾਂ ਲੋਕਲ ਸਾਈਟ ਇਰੀਟੇਸ਼ਨ ਹੋਣੀ ਛੋਟੀ ਮੋਟੀਆਂ ਕੰਪਲਿਕੇਸ਼ਨਸ ਨਾਰਮਲ ਵੈਕਸੀਨੇਸ਼ਨ ਨਾਲ ਵੀ ਹੁੰਦੀਆਂ ਨੇ ਬਾਕੀ ਤੁਸੀਂ ਅਗਰ ਦੇਖੋਗੇ ਡੀਪੀਟੀ ਪਰਟੂਸਿਸ ਜਦੋਂ ਅਸੀਂ ਲਗਾਉਂਦੇ ਆ ਉਹਦੇ ਵਿੱਚ ਬੱਚੇ ਕਈ ਵਾਰੀ ਫੀਵਰ ਵੀ ਹੁੰਦਾ ਉਹਨਾਂ ਨੂੰ ਜੇ ਬੱਚਿਆਂ ਵਾਸਤੇ ਅਸੀਂ ਉਹ ਸਭ ਕੁਝ ਐਕਸੈਪਟ ਕਰਦੇ ਹਾਂ ਤੇ ਕਰੋਨਾ ਵਾਸਤੇ ਜਿਹੜੀ ਇਹ ਵੈਕਸੀਨ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਇੰਨੀ ਐਡਵਾਂਸ ਟੈਕਨੋਲੋਜੀ ਹੋ ਚੁੱਕੀ ਹੈ that these vaccines are very very safe ਜੇ ਅਸੀਂ ਡਾਕਟਰਸ ਖੁਦ ਲਗਵਾ ਰਹੇ ਮੈਂ ਆਈ ਵਾਸ ਦ ਫਰਸਟ ਵਨ ਟੂ ਬੀ ਬਿਕਾਜ਼ 16th ਨੂੰ ਪ੍ਰੋਗਰਾਮ ਲਾਂਚ ਹੋਇਆ ਤੇ 16th ਨੂੰ ਸਭ ਤੋਂ ਪਹਿਲੇ ਵੈਕਸੀਨੇਸ਼ਨ ਲਗਵਾਉਣ ਵਾਲੇ ਡਾਕਟਰਸ ਵਿੱਚੋਂ ਮੈਂ ਹੀ ਸੀਗਾ ਸੋ ਵੀ ਵਰ ਅਰਾਊਂਡ ਅ ਗਰੁੱਪ ਆਫ 50 ਪੀਪਲ ਫਰਮ ਮੈਡੀਕਲ ਕਾਲਜ ਅੰਮ੍ਰਿਤਸਰ ਸੋ ਜੇ ਅਸੀਂ ਇਸ ਨੂੰ ਵੈਂਚਰ ਕਰ ਰਹੇ ਤਾਂ it should be taken for granted that it's pretty safe so we should question that we should be asking is what is the efficacy of the vaccine that is the question ਡਾਕਟਰ ਸਾਹਿਬ ਇੱਕ ਆਖਰੀ ਸਵਾਲ ਇਹ ਦੱਸੋ ਵੀ ਕੀ ਲੱਗਦਾ ਹੈ ਕਿ ਬਹੁਤ ਸਾਰੇ ਲੋਕੀ ਅਸੀਂ ਸੁਣਦੇ ਹਾਂ ਕਿ ਭਾਰਤ ਦੇ ਵਿੱਚ ਉਹ ਕਹਿੰਦੇ ਕਰੋਨਾ ਹੈ ਹੀ ਨਹੀਂ ਹੈ ਇਨਫੈਕਟ ਅਸੀਂ ਇੱਥੇ ਬੈਠੇ ਵੀ ਜਦੋਂ ਉਹਨਾਂ ਨੂੰ ਫੋਨ ਕਾਲ 'ਤੇ ਲਗਾਉਂਦੇ ਹਾਂ ਤਾਂ ਗੱਲ ਕਰਦੇ ਹਾਂ ਵੀ ਇੱਥੇ ਕਰੋਨਾ ਦਾ ਕੀ ਪ੍ਰਭਾਵ ਹੈ ਤੇ ਉਹ ਸਿਰਫ ਇਹੀ ਗੱਲ ਕਰਦੇ ਕਿਹੜਾ ਕਰੋਨਾ ਕਿੱਥੇ ਕਰੋਨਾ ਪਰ ਹੁਣੇ ਜਦੋਂ ਰਾਜੇਸ਼ ਗਿਲਜੇ ਨਾਲ ਮੇਰੀ ਗੱਲ ਹੋ ਰਹੀ ਸੀ ਤਾਂ ਉਹ ਕਹਿੰਦੇ ਸੀਗੇ ਮੈਂ ਇੱਕ ਸ਼ਾਪ 'ਤੇ ਗਿਆ ਤੇ ਉੱਥੇ ਤਕਰੀਬਨ ਉਹਨੇ ਦੱਸਿਆ ਵੀ ਦਿਨ ਦੇ ਵਿੱਚ ਮਤਲਬ ਦਿਨ ਦੇ 3-4 ਮੇਰੇ ਕੋਲ ਇੱਦਾਂ ਦੀਆਂ ਪ੍ਰਸਕ੍ਰਿਪਸ਼ਨਸ ਆਉਂਦੀਆਂ ਨੇ ਜਿਹੜੀਆਂ ਕਿ ਰਿਲੇਟਿਡ ਟੂ ਕੋਵਿਡ-19 ਹੈ ਸੋ ਜੇ ਇੱਕ ਸ਼ਾਪ 'ਤੇ ਆਉਂਦੀਆਂ ਤਾਂ ਬਹੁਤ ਸਾਰੀਆਂ ਵਾਕਈ ਅਜਿਹੀਆਂ ਸ਼ਾਪਸ ਹੋਣਗੀਆਂ ਜਿੱਥੋਂ ਇਸ ਤਰੀਕੇ ਦੀਆਂ ਪ੍ਰਸਕ੍ਰਿਪਸ਼ਨ ਜਿਹੜੀਆਂ ਨੇ ਉਹ ਜਾ ਰਹੀਆਂ ਨੇ ਸੋ ਬਤੌਰ ਇੱਕ ਡਾਕਟਰ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਹੈ ਵੀ ਭਾਰਤ ਦੇ ਵਿੱਚ ਕਰੋਨਾ ਹੈ ਜੇ ਹੈ ਤਾਂ ਉਹ ਕਿਵੇਂ ਦਾ ਜਦੋਂ ਅਸੀਂ ਇਹ ਸੋਚਦੇ ਹਾਂ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਬਹੁਤ ਸਾਰੀਆਂ ਜਾਨਾਂ ਸੀ ਜਦੋਂ ਦੁਨੀਆ ਭਰ ਦੇ ਵਿੱਚ ਆਲੇ ਦੁਆਲੇ ਦੇਖਦਿਆਂ ਗਈਆਂ ਬਹੁਤ ਲੋਕਡਾਊਨ ਜਿਸ ਤਰੀਕੇ ਨਾਲ ਕੀਤੇ ਗਏ ਤੇ ਜਦੋਂ ਭਾਰਤ ਦੇ ਹਾਲਾਤਾਂ 'ਤੇ ਜਾਣਕਾਰੀ ਲਈਏ ਤਾਂ ਉੱਥੇ ਤੁਹਾਨੂੰ ਕੀ ਨਜ਼ਰ ਆਉਂਦਾ ਹੈ ਇਸ ਤਰ੍ਹਾਂ ਹੈ ਜੀ ਕਰੋਨਾ ਤਾਂ ਇੱਕ ਡੈਫੀਨਿਟ ਐਂਟੀਟੀ ਹੈ ਬਟ ਜਿਹੜੀ ਲੋਕਾਂ ਦੀ ਇੱਕ ਉਹਨਾਂ ਦੇ ਮਨ 'ਚ ਹੈ ਉਹ ਕੁਛ ਹੱਦ ਤੱਕ ਦੇਖੋ ਮੈਂ ਉਹਨਾਂ ਨੂੰ ਜਸਟੀਫਾਈ ਨਹੀਂ ਕਰ ਰਿਹਾ ਉਹਨਾਂ ਦੀ ਫੀਲਿੰਗਸ ਨੂੰ ਬਟ ਇਟ ਇਜ਼ ਅਨਦਰ ਵਾਇਰਲ ਇਨਫੈਕਸ਼ਨ ਜਿਹੜੀ ਕਰੋਨਾ ਦੀ ਵਾਇਰਸ ਹੈ ਇਹ ਆਲਰੇਡੀ ਵਾਇਰਸ ਇੰਡੀਆ 'ਚ ਕੀ ਬਾਡੀ 'ਚ ਐਗਜ਼ਿਸਟ ਕਰਦੀ ਸੀ ਇਹਦੀ ਨਵੀਂ ਸਟ੍ਰੇਨ ਹੈ ਜਿਹੜੀ ਕੋਵਿਡ-19 ਦੇ ਨਾਮ ਨਾਲ ਕੋਵਿਡ ਕਰੋਨਾ ਵਾਇਰਸ ਜਿਹੜੀ ਹੈ ਇਹ ਤੋਂ ਪਹਿਲੇ ਵੀ ਤਾਂ ਸਟ੍ਰੇਨ ਸੀਗੀ ਬਟ ਕਿਉਂਕਿ ਇਹ ਨਵੀਂ ਸਟ੍ਰੇਨ ਆਈ ਹੈ ਇਸ ਕਰਕੇ ਲੋਕ ਸ਼ਾਇਦ ਸੋਚਦੇ ਕਿ ਕਈ ਲੋਕ ਇਹ ਸੋਚਦੇ ਕਿ ਸ਼ਾਇਦ ਉਹੀ ਵਾਇਰਸ ਹੈ ਉਹੀ ਇਨਫਲੂਐਂਜ਼ਾ ਉਹੀ ਸਵਾਈਨ ਫਲੂ ਘੁੰਮਦੀਆਂ ਫਿਰਦੀਆਂ ਵਾਇਰਸਸ ਸ਼ੇਪ ਚੇਂਜ ਕਰਕੇ ਵੱਖ ਵੱਖਰੇ ਡਿਜ਼ੀਜ਼ਸ ਦਾ ਨਾਮ ਲੈ ਲੈਂਦੀਆਂ ਟੂ ਸਮ ਐਕਸਟੈਂਟ ਦੈਟ ਇਜ਼ ਟਰੂ ਆਲਸੋ ਬਟ ਟੂ ਸੇ ਦੈਟ ਕਰੋਨਾ ਡਜ਼ ਨਾਟ ਐਗਜ਼ਿਸਟ ਇਹ ਇੱਕ ਬੜੀ ਵੱਡੀ ਸਾਡੀ ਗਲਤੀ ਹੋਏਗੀ ਕਰੋਨਾ ਡੈਫੀਨਿਟਲੀ ਐਗਜ਼ਿਸਟ ਕਰਦਾ ਜੀ ਭਾਰਤ ਦੇ ਵਿੱਚ 1 ਕਰੋੜ ਤੋਂ ਉੱਪਰ ਕੇਸਿਸ 1 ਕਰੋੜ 6 ਲੱਖ ਦੇ ਆਸ-ਪਾਸ ਕੇਸਿਸ ਜਿਹੜੇ ਆ ਪੋਜ਼ਿਟਿਵ ਸੀਗੇ ਜਿਨ੍ਹਾਂ ਚੋਂ ਦ ਗੁੱਡ ਨਿਊਜ਼ ਇਜ਼ ਦੈਟ ਵੀ ਹੈਵ ਅ ਰਿਕਵਰੀ ਆਫ over a crore again 1 crore 2 ਲੱਖ ਦੇ ਆਸ-ਪਾਸ ਰਿਕਵਰੀਜ਼ ਹੋ ਚੁੱਕੀਆਂ ਨੇ which means only about 4 lakh people are active now ਜਿਨ੍ਹਾਂ ਵਿੱਚੋਂ ਕੁਝ ਡੈਥਸ ਹੋਈਆਂ ਨੇ ਅੱਜ ਦੀ ਡੇਟ ਦੇ ਵਿੱਚ ਰਫਲੀ 15,000 ਕੇਸਿਸ ਜਿਹੜੇ ਨੇ ਉਹ ਰਿਪੋਰਟ ਹੋ ਰਹੇ ਜਦਕਿ
ਕੁਝ ਟਾਈਮ ਆਇਆ ਸੀ ਜਦੋਂ 1-1 ਲੱਖ ਕੇਸ ਦਿਨ ਚ ਰਿਪੋਰਟ ਹੋ ਰਿਹਾ ਸੀਗਾ। तो ये ਜਿਹੜੇ ਕੇਸਿਸ ਰਿਪੋਰਟ ਹੋ ਰਹੇ ਆ ਇਹ ਕੋਈ ਕਿਸੇ ਦੀ ਇਮੇਜਿਨੇਸ਼ਨ ਨਹੀਂ ਹੈ, ਇਹ ਐਕਚੁਅਲੀ ਐਗਜ਼ਿਸਟ ਕਰਦੇ ਆ। ਐਂਡ ਯੂ ਸੀ ਯੂ ਕੈਨ, ਅਸੀਂ ਲੋਕ ਡਿਨਾਇਲ ਚ ਰਹਿ ਸਕਦੇ ਆ, ਪਰ ਡਿਨਾਇਲ ਡਸਨਟ ਮੀਨ ਡੈਥ ਹੋਣੀ ਹੈ। ਸੋ ਡੈਥ ਤੇ ਕਿਸੇ ਬਿਮਾਰੀ ਕਾਰਨ ਨਹੀਂ ਹੋਏਗੀ ਨਾ। ਅਸੀਂ ਡਿਨਾਈ ਕਰੇ ਜਾਂਦੇ ਜੀ ਕੋਰੋਨਾ ਨਹੀਂ ਹੈ, ਲੇਕਿਨ ਜਦੋਂ ਲੋਕ ਮਰਦੇ ਆ ਔਰ ਕੋਰੋਨਾ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਦੇ ਵਿੱਚ ਸਿੰਪਟਮ ਲੱਛਣ ਆਉਂਦੇ ਆ, ਉਹਨਾਂ ਨੂੰ ਪ੍ਰੂਵ ਹੁੰਦਾ ਉਹ ਚੀਜ਼, ਤੇ ਫਿਰ ਅਸੀਂ ਇਸ ਨੂੰ ਕਿੱਦਾਂ ਡਿਨਾਈ ਕਰ ਸਕਦੇ ਆ। ਸੋ ਡਿਨਾਇਲ ਵਿੱਚ ਰਹਿਣਾ ਮੇਰੇ ਖਿਆਲ ਹੈ ਇੱਕ ਬੜੀ ਵੱਡੀ ਬੇਵਕੂਫੀ ਹੋਏਗੀ। The good point about Indians is that we have a very good immunity because of our exposure to various diseases very early in the childhood. ਸਾਡੀ immunity ਅੱਛੀ develop ਹੋਈ ਹੁੰਦੀ, which as compared to the western population is much better. That is the reason ਕਿ Indians ਜਿਹੜੇ ਨੇ they feel very strong ਕਿ ਜੀ ਸਾਨੂੰ ਤੇ ਕੁਝ ਹੋ ਨਹੀਂ ਰਿਹਾ। ਤੁਸੀਂ ਕਿਸਾਨਾਂ ਦੀ ਐਜੀਟੇਸ਼ਨ 'ਚ ਵੀ ਦੇਖਿਆ ਹੋਏਗਾ ਕਿ ਲੋਕ ਬਿਲਕੁਲ ਫ੍ਰੀਲੀ ਫਿਰ ਰਹੇ ਨੇ, ਉਹਨਾਂ ਨੂੰ ਕੁਝ ਵੀ ਨਹੀਂ ਹੋ ਰਿਹਾ। ਨਾ ਗॉड ਨੋਜ਼ ਉਹਨਾਂ ਨੂੰ ਕੁਝ ਹੋ ਰਿਹਾ ਕਿ ਨਹੀਂ ਹੋ ਰਿਹਾ, ਉੱਥੇ ਟੈਸਟ ਵੀ ਨਹੀਂ ਹੋ ਰਹੇ। ਆਲ ਸੈਡ ਐਂਡ ਡਨ, ਜਦ ਤੱਕ ਅਸੀਂ ਕਿਸੇ ਚੀਜ਼ ਨੂੰ ਟੈਸਟ ਨਹੀਂ ਕਰਦੇ, ਸਾਡਾ ਫੇਥ ਨਹੀਂ ਹੈ ਐਂਡ ਵੀ ਐਕਸੈਪਟ ਡੈਥ ਐਜ਼ ਹੈਪਨਿੰਗ ਫਰਮ ਸਮਥਿੰਗ ਐਲਸ, ਤੇ ਉਹ ਤੇ ਫਿਰ ਯੂ نو ਵਿਲ ਬੀ ਲਿਵਿੰਗ ਇਨ ਅ ਵੰਡਰਲੈਂਡ। ਸੋ ਕਰੋਨਾ ਡੈਫੀਨਿਟ ਐਂਟੀਟੀ ਹੈ ਜੀ, ਔਰ ਵਰਲਡ ਓਵਰ ਡੈਥਸ ਇੰਨੀਆਂ ਹੋਈਆਂ ਨੇ, ਮੇਰਾ ਖਿਆਲ ਹੈ ਜੇ ਕੋਈ ਡਿਨਾਈਲ ਚਾਹੇਗਾ ਤੇ ਉਹ ਆਪਣਾ ਨੁਕਸਾਨ ਕਰ ਰਿਹਾ। ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਦੇ ਲਈ ਔਰ ਇਹ तमाम ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ। ਬਹੁਤ thank you so much to you and to Rajesh ji as well. We've been associated. And thank you so much, Sherry, and your channel, and all the best to you guys. ਜੀ ਥੈਂਕ ਯੂ ਜੀ। ਸੋ ਰਾਜੇਸ਼ ਜੀ ਨੇ ਬਹੁਤ ਹੀ ਬਰੀਕੀ ਦੇ ਨਾਲ ਸਾਨੂੰ ਇਹ ਗੱਲ ਤਾਂ ਸਮਝਾ ਦਿੱਤੀ ਹੈ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਕਰੋਨਾ ਭਾਰਤ ਦੇ ਵਿੱਚ ਨਹੀਂ ਹੈ, ਇਹ ਗੱਲ ਠੀਕ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਇਮਿਊਨ ਸਿਸਟਮ ਜਿਹੜਾ ਬਹੁਤ ਸਟਰੋਂਗ ਹੋ ਚੁੱਕਿਆ ਹੋਇਆ ਹੈ, ਪਰ ਇਮਿਊਨ ਸਿਸਟਮ ਸਟਰੋਂਗ ਹੋਣ ਦੇ ਨਾਲ ਸਾਨੂੰ ਇਸ ਨੂੰ ਇੰਨਾ ਲਾਈਟਲੀ ਨਹੀਂ ਲੈਣਾ ਚਾਹੀਦਾ, ਕਿਉਂਕਿ ਸਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਨਾਲ ਗੰਭੀਰ ਤੌਰ ਦੇ ਉੱਤੇ ਜਿਹੜੇ ਨੇ ਪੀੜਤ ਹੋਏ ਨੇ ਤੇ ਹੋ ਵੀ ਰਹੇ ਨੇ। ਸੋ ਡਰੋ ਨਾ, ਲੜੋ, ਪਰ ਇਸ ਨੂੰ ਇਗਨੋਰ ਵੀ ਨਾ ਕਰੋ। ਇਹ ਮੈਸੇਜ ਜਿਹੜਾ ਇਹ ਰਾਜੇਸ਼ ਜੀ ਨੇ ਰਾਕੇਸ਼ ਜੀ ਨੇ ਦਿੱਤਾ ਹੈ। ਸੋ ਖੈਰ ਰਾਜੇਸ਼ ਜੀ ਹੁਣ ਸਾਡੇ ਨਾਲ ਜੁੜਨ ਜਾ ਰਹੇ ਨੇ, ਖਬਰਾਂ ਜਿਹੜੀਆਂ ਨੇ ਉਹਨਾਂ ਦੀ ਤਫਸੀਲ ਅੱਗੇ ਵੀ ਅਸੀਂ ਜਾਰੀ ਜਿਹੜੀ ਰੱਖਾਂਗੇ। ਰਾਜੇਸ਼ ਜੀ, ਅਸੀਂ ਵੈਕਸੀਨ ਸੰਬੰਧੀ ਤਾਂ ਠੀਕ ਹੈ ਬਹੁਤ ਸਾਰੀ ਸਾਨੂੰ ਜਾਣਕਾਰੀ ਮਿਲ ਗਈ ਹੈ, ਹੁਣ ਭਾਰਤ ਦੇ ਵਿੱਚ ਬਾਕੀ ਖਬਰਾਂ ਦੀ ਗੱਲ ਕਰੀਏ ਤਾਂ ਕੀ ਅੱਜ ਦੀ ਅਹਿਮ ਖਬਰ ਤਾਂ ਇਹ ਹੈ ਕਿ ਕਿਸਾਨ ਅੱਜ ਮੀਟਿੰਗ ਕਰ ਰਹੇ ਸੀ, ਉਸ ਮੀਟਿੰਗ ਦਾ ਕੀ ਸਿੱਟਾ ਨਿਕਲਿਆ, ਕੀ ਮੀਟਿੰਗ ਖਤਮ ਹੋ ਚੁੱਕੀ ਹੈ, ਕਿਉਂ ਰੱਖੀ ਗਈ ਸੀ ਮੀਟਿੰਗ? ਦੇਖੋ ਵਾਕਿਆ ਹੀ ਸ਼ਹਿਰੀ ਪਹਿਲਾਂ ਤਾਂ ਦੱਸਣਾ ਚਾਹਾਂਗਾ ਕਿ ਠੰਡ ਵੀ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਧੁੰਦ ਵੀ ਬਹੁਤ ਜ਼ਿਆਦਾ ਵੱਧ ਰਹੀ ਹੈ ਜੀ। ਧੁੰਦ ਦੇ ਵਿੱਚ ਕੀ ਚੀਜ਼ਾਂ ਸਾਫ਼ ਨਜ਼ਰ ਨਹੀਂ ਆਉਂਦੀਆਂ, ਵਿਜ਼ਿਬਿਲਿਟੀ ਘਟਦੀ ਜਾਂਦੀ ਹੈ। ਇਹ ਚੀਜ਼ ਜਿਹੜੀ ਹੈ ਕਿਸਾਨਾਂ ਦੇ ਮੁੱਦੇ ਤੇ ਹੋ ਰਹੀ ਹੈ ਇਸ ਵੇਲੇ, ਕਿ ਇੰਨੀ ਕੁ ਸਥਿਤੀ ਜਿਹੜੀ ਹੈ ਉਹ ਇਸ ਵੇਲੇ ਨਾਜ਼ੁਕ ਹੈ ਔਰ ਇੰਨੀ ਗੁੰਝਲਦਾਰ ਬਣਦੀ ਜਾ ਰਹੀ ਹੈ ਕਿ ਸਹੀ ਅਰਥਾਂ ਦੇ ਵਿੱਚ ਕਿਸੇ ਨਤੀਜੇ ਤੇ ਪਹੁੰਚਣਾ ਜਿਹੜਾ ਬੜਾ ਮੁਸ਼ਕਲ ਜਾਪ ਰਿਹਾ ਇਸ ਵੇਲੇ। ਘੜੀ ਬੜੀ ਮੁਸ਼ਕਲ ਹੈ ਔਰ ਦਾਦ ਦੇਣਾ ਚਾਹਾਂਗੇ ਕਿ ਇਸ ਮੁਸ਼ਕਿਲ ਘੜੀ ਦੇ ਵਿੱਚ ਵੀ ਜਿਹੜੀ ਕਿਸਾਨਾਂ ਦੀ ਦ੍ਰਿੜਤਾ ਹੈ, ਜਿਹੜੀ ਕਿਸਾਨਾਂ ਦਾ ਡਿਸਪਲਿਨ ਹੈ, ਜਿਹੜਾ ਅੰਦੋਲਨ ਨੂੰ ਲੈ ਕੇ ਉਹਨਾਂ ਦੀ ਜਿਹੜੀ ਸ਼ਾਲੀਨਤਾ ਹੈ ਉਹ ਵੇਖਣ ਵਾਲੀ ਹੈ। ਦੇਖੋ ਅੱਜ ਜਿਹੜੀ ਮੀਟਿੰਗ ਹੋਈ ਹੈ ਕਿਸਾਨਾਂ ਦੀ, ਉਹ 9-10 ਘੰਟੇ ਮੀਟਿੰਗ ਚੱਲੀ ਹੈ, ਬਹੁਤ ਵੱਡੀ ਮੀਟਿੰਗ ਚੱਲੀ ਹੈ, ਬਹੁਤ ਮੈਰਾਥਨ ਮੀਟਿੰਗ ਇਹਨੂੰ ਕਹਿ ਸਕਦੇ ਆ ਕਿ ਮੀਟਿੰਗ ਚੱਲੀ ਹੈ। ਮੀਟਿੰਗ ਦਾ ਮੁੱਦਾ ਹੋਈ ਸੀ ਕਿ ਸਰਕਾਰ ਨੇ ਜਿਹੜੀ ਪ੍ਰਪੋਜ਼ਲ ਦਿੱਤੀ ਸੀ ਕਿ 6 ਮਹੀਨੇ ਸਾਲ ਵਾਸਤੇ 1.5 ਸਾਲ, ਜੋ ਖੇਤੀਬਾੜੀ ਮੰਤਰੀ ਦੇ ਬਿਆਨ ਸੀ ਨਰਿੰਦਰ ਤੋਮਰ ਦੇ, 6 ਮਹੀਨੇ ਵਾਸਤੇ ਟਾਲ ਸਕਦੇ ਆ, ਸਾਲ ਵਾਸਤੇ ਟਾਲ ਸਕਦੇ ਆ, 1.5 ਸਾਲ ਵਾਸਤੇ ਟਾਲ ਸਕਦੇ ਆ, 1.5 ਸਾਲ ਤੋਂ ਅੱਗੇ ਨਹੀਂ ਵਧੇ। ਕਿ ਚਲੋ ਅਸੀਂ ਮੰਨ ਕੇ ਚੱਲੀਏ ਕਿ ਸਰਕਾਰ ਇਹਨਾਂ ਮੰਨਦੀ ਪਈ ਹੈ ਕਿ 1.5 ਸਾਲ ਵਾਸਤੇ ਇਹਨਾਂ ਕਾਨੂੰਨਾਂ ਨੂੰ ਅਸੀਂ ਟਾਲ ਦਿੰਦੇ ਆ, ਰੱਦ ਨਹੀਂ ਕਰਦੇ ਪਰ ਇਹਨਾਂ ਨੂੰ ਟਾਲ ਦਿੰਦੇ ਆ, ਤੇ ਉਹਦੇ ਵਿੱਚ ਕਿਸਾਨ ਜਿਹੜੇ ਨੇ ਉਹ ਆਪਣਾ ਪੱਖ ਦੱਸਣ ਕਿ ਕੀ ਉਹਨਾਂ ਨੂੰ ਇਹ ਮਨਜ਼ੂਰ ਹੈ। ਇਹ ਆਪਣੇ ਵੱਲੋਂ ਸਰਕਾਰ ਦੀ ਪ੍ਰਪੋਜ਼ਲ ਸੀ। ਹੁਣ ਜਦੋਂ ਇਹ ਕਿਸਾਨਾਂ ਨਾਲ ਸਰਕਾਰ ਦੀ ਮੀਟਿੰਗ ਜਦੋਂ ਖਤਮ ਹੋਈ, ਜਦੋਂ ਇਹ ਪ੍ਰਪੋਜ਼ਲ ਆ ਗਈ, ਉਸ ਵੇਲੇ ਕੱਲੇ ਕਿਸਾਨ ਕੋਲੋਂ ਮੀਡੀਆ ਨੇ ਪੁੱਛਿਆ ਵੀ ਤੁਹਾਨੂੰ ਇਹ ਮਨਜ਼ੂਰ ਹੈ, ਤੁਹਾਨੂੰ ਇਹ ਮਨਜ਼ੂਰ ਹੈ। ਔਰ ਮੈਂ ਦਾਦ ਦੇਣਾ ਚਾਹਾਂਗਾ ਕਿ ਇਹ ਜਿਹੜੀ ਇੱਕ ਵੱਖਰੀ ਕਿਸਮ ਦੀ ਸਟੇਟਸਮੈਨਸ਼ਿਪ, ਜਿਹੜੀ ਆਪਾਂ ਉਹੀ ਕਹਾਂਗੇ ਸਟੇਟਸਮੈਨਸ਼ਿਪ ਹੀ ਕਹਾਂਗੇ, ਕਿਉਂਕਿ ਜੋ ਜਿਸ ਢੰਗ ਨੂੰ ਚਲਾਇਆ ਜਾ ਰਿਹਾ ਹੈ, ਇਸ ਅੰਦੋਲਨ ਨੂੰ ਬੜੇ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਕੱਲੇ ਕਿਸਾਨ ਦਾ ਇੱਕੋ ਹੀ ਬਿਆਨ ਸੀ ਕਿ ਅਸੀਂ ਆਪਣੀ ਮੀਟਿੰਗ ਕਰਾਂਗੇ, ਮੀਟਿੰਗ ਦੇ ਵਿੱਚ ਡਿਸਾਈਡ ਕਰਾਂਗੇ ਕਿ ਇਹ ਪ੍ਰਪੋਜ਼ਲ ਸਾਨੂੰ ਮਨਜ਼ੂਰ ਹੈ ਜਾਂ ਨਹੀਂ। ਕਿਸੇ ਨੇ ਉਸੇ ਵੇਲੇ ਮੂਲੋਂ ਰੱਦ ਨਹੀਂ ਕੀਤਾ ਇਸ ਨੂੰ ਕਿ ਇਹ ਸਾਨੂੰ ਪ੍ਰਪੋਜ਼ਲ ਮਨਜ਼ੂਰ ਨਹੀਂ ਜੀ, ਅਸੀਂ ਬਿਲਕੁਲ ਅਸੀਂ ਸਾਡੇ ਆਹੀ ਉਹਨਾਂ ਹੀ ਚੀਜ਼ਾਂ ਤੇ ਅੜੇ ਹੋਏ ਹਾਂ। ਇਹ ਬੜੀ ਸਮਝਦਾਰੀ ਦੀ ਗੱਲ ਹੈ ਕਿ ਇੱਕ ਇਨਸਟੈਂਟ ਰਿਐਕਸ਼ਨ ਦੇ ਦੇਣਾ, ਉਹ ਗੱਲਾਂ ਹੋਰ ਹੁੰਦੀਆਂ ਨੇ, ਉਸ ਤੋਂ ਵੱਖਰੇਵੇਂ ਫਿਰ ਨਜ਼ਰ ਆਉਂਦੇ ਨੇ। ਫਿਰ ਮੀਡੀਆ ਕਿਸੇ ਵੇਲੇ ਹੋਰ ਦੀਆਂ ਹੋਰ ਗੱਲਾਂ ਬਣਾ ਲੈਂਦਾ ਹੈ, ਲਓ ਜੀ ਅੱਧੇ ਤੇ ਆਹ ਕਹਿ ਰਹੇ ਨੇ ਤੇ ਅੱਧੇ ਆਹ ਨਹੀਂ ਕਹਿ ਰਹੇ। ਇਹ ਕਿਸਾਨਾਂ ਨੇ ਬੜੀ ਸਮਝਦਾਰੀ ਦਿਖਾਈ ਪਹਿਲੋਂ ਤੇ। ਦੂਸਰੀ, ਅੱਜ ਜਦੋਂ ਮੀਟਿੰਗ ਬੜੀ ਲੰਬੀ ਮੀਟਿੰਗ ਚੱਲੀ ਔਰ ਜ਼ਾਹਿਰ ਤੌਰ ਤੇ ਮੀਟਿੰਗ ਦਾ ਜਿਹੜਾ ਮੁੱਖ ਮੁੱਦਾ ਇੱਕ ਪ੍ਰਪੋਜ਼ਲ ਸੀ, 26 ਜਨਵਰੀ ਸੀ ਦੂਸਰੀ, ਜਿਸ ਦੇ ਬਾਰੇ ਲਗਾਤਾਰ ਦਿੱਲੀ ਪੁਲਿਸ ਨਾਲ ਮੀਟਿੰਗਾਂ ਚੱਲਦੀਆਂ ਨੇ
ਕਿ ਇਹ ਮੀਟਿੰਗਾਂ ਦੇ ਵਿੱਚ ਇਜਾਜ਼ਤ ਮੰਗੀ ਜਾ ਰਹੀ ਹੈ ਕਿ ਉਹਨਾਂ ਨੂੰ ਰਿੰਗ ਰੋਡ ਦੇ ਉੱਤੇ ਪਰੇਡ ਕਰਨ ਦੀ ਇਜਾਜ਼ਤ ਦਿੱਤੀ ਜਾਏ। ਇਸ ਦੇ ਬਾਰੇ ਲਗਾਤਾਰ ਮੀਟਿੰਗਾਂ ਚੱਲਦੀਆਂ ਨੇ, ਉਹ ਵੀ ਮੀਟਿੰਗਾਂ ਦੂਜੀਆਂ ਮੀਟਿੰਗਾਂ ਵਾਂਗ ਬੇਸਿੱਟਾ ਰਹਿ ਰਹੀਆਂ ਨੇ ਜੀ। ਹਾਲਾਂਕਿ ਇੱਥੇ ਅਸੀਂ ਕਹਾਂਗੇ ਕਿ ਸਰਕਾਰ ਨੇ ਥੋੜਾ ਜਿਹਾ ਕਦਮ ਪਿੱਛੇ ਚੁੱਕਿਆ ਹੈ, ਜਿਹੜਾ ਉਹਨਾਂ ਨੇ ਇੱਕ ਪ੍ਰਪੋਜ਼ਲ ਦਿੱਤੀ ਹੈ 1.5 ਸਾਲ ਤੇ ਆ ਗਏ ਨੇ। ਪਹਿਲਾਂ ਅਮੈਂਡਮੈਂਟਸ ਦੀ ਸਿਰਫ ਗੱਲ ਕਰਦੇ ਸੀ। ਉਹ ਜਿਹੜੀ ਅੱਜ ਮੀਟਿੰਗ ਹੋਈ ਹੈ, ਇਸ ਦੇ ਵਿੱਚ ਮੀਟਿੰਗ ਜੋ ਕਿਸਾਨਾਂ ਨੇ ਜਾਣਕਾਰੀ ਦਿੱਤੀ ਉਹਦੇ ਮੁਤਾਬਕ 1 ਘੰਟੇ ਦੇ ਵਿੱਚ ਜਾਂ 1.5 ਘੰਟੇ ਦੇ ਵਿੱਚ ਇਸ ਗੱਲ ਤੇ ਨਿਬੇੜਾ ਕਰ ਲਿਆ ਗਿਆ ਸੀਗਾ ਕਿ ਜਿਹੜੇ ਕਾਨੂੰਨ ਜਿਹੜੇ ਰੱਦ ਕਰਨ ਦੀ ਉਹਨਾਂ ਦੀ ਮੰਗ ਹੈ ਜਾਂ MSP ਨੂੰ ਲੈ ਕੇ ਮੰਗ ਹੈ, ਉਸੇ ਤਰੀਕੇ ਨਾਲ ਰਹੇਗੀ। ਪਰ ਜ਼ਿਆਦਾ ਚਰਚਾ ਜਿਹੜੀ ਹੋਈ ਉਹ ਟਰੈਕਟਰ ਮਾਰਚ ਨੂੰ ਲੈ ਕੇ ਹੋਈ ਕਿ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਤਿਆਰੀਆਂ ਰਹਿਣੀਆਂ ਚਾਹੀਦੀਆਂ ਨੇ, ਨਾਲ ਐਂਬੂਲੈਂਸ ਚੱਲਣੀਆਂ ਨੇ, ਨਾਲ ਮਕੈਨਿਕ ਚੱਲਣੇ ਨੇ, ਨਾਲ ਕਿੰਨੇ ਟਰੱਕ ਆਉਣੇ ਨੇ। ਹੁਣ ਜੇ ਰਿੰਗ ਰੋਡ ਦੀ ਗੱਲ ਕਰੀਏ ਤਾਂ ਰਿੰਗ ਰੋਡ ਜਿਹੜਾ ਹੈ 50-60 ਕਿਲੋਮੀਟਰ ਦਾ ਰਿੰਗ ਰੋਡ ਹੈ, ਤੇ ਜੇ ਜੋ ਕਿਸਾਨ ਅਲੈਜ ਕਰ ਰਹੇ ਨੇ ਕਿ ਉੱਥੇ ਲੱਖ ਤੋਂ ਉੱਪਰ ਟਰੱਕ ਹੋਏਗਾ, ਕਈ 2 ਲੱਖ ਕਈ 2.5 ਲੱਖ ਕਹਿ ਰਹੇ ਨੇ, ਤੇ ਫਿਰ ਉਸ ਢੰਗ ਨਾਲ ਉਸਨੂੰ ਮੈਨੇਜ ਕਰਨਾ ਜਿਹੜੀ ਬਹੁਤ ਵੱਡੀ ਚੁਣੌਤੀ ਹੈ, ਹਿਊਜ ਟਾਸਕ ਜਿਹੜਾ ਹੈ ਕਿਸਾਨਾਂ ਵਾਸਤੇ ਵੀ, ਦਿੱਲੀ ਦੀ ਪੁਲਿਸ ਵਾਸਤੇ ਵੀ, ਔਰ तमाम ਜਿਹੜੇ ਲੋਕ ਨੇ ਉਹਨਾਂ ਨੂੰ ਵੀ ਕੋਆਪਰੇਟ ਕਿਵੇਂ ਕਰਨਾ ਹੈ। ਸਾਰੀਆਂ ਚੀਜ਼ਾਂ ਜਿਹੜੀਆਂ ਬੜੀਆਂ ਦੇਖਣ ਵਾਲੀਆਂ ਨੇ ਜੀ। ਉਸ ਚੀਜ਼ ਨੂੰ ਲੈ ਕੇ ਜਿਹੜੀ ਮੀਟਿੰਗ ਸੀ ਉਹ ਲੰਬੀ ਖਿੱਚੀ ਗਈ, ਬਹੁਤ ਲੰਬੀ ਖਿੱਚੀ ਗਈ। ਔਰ ਇਸੇ ਦੌਰਾਨ ਇੱਕ ਬੜਾ ਵੱਡਾ ਇੱਕ ਪਹਿਲੀ ਵਾਰੀ ਹੋਇਆ ਕਿ ਇੱਕ ਡਰਾਮਾ ਜਿਹਾ ਵੇਖਣ ਨੂੰ ਮਿਲਿਆ। ਕਿ ਡਰਾਮਾ ਮੈਂ ਇਸ ਕਰਕੇ ਕਹਿ ਰਿਹਾ, ਮੇਰਾ ਕਿਸਾਨਾਂ ਨੂੰ ਕੁਝ ਕਹਿਣ ਦਾ ਨਹੀਂ ਹੈ, ਪਰ ਇਹ ਇੱਕ ਜਿਹੜਾ ਉੱਥੇ ਡਰਾਮਾਟਾਈਜ਼ਡ ਵੇ ਨਾਲ ਜਿਹੜੀ ਚੀਜ਼ ਸਾਹਮਣੇ ਆਈ ਉਹ ਇਹ ਸੀ ਕਿ ਪਹਿਲਾਂ ਜੋਗਿੰਦਰ ਸਿੰਘ ਉਗਰਾਹਾ ਮੀਟਿੰਗ ਤੋਂ ਬਾਹਰ ਆਉਂਦੇ ਨੇ। ਇਹ ਮੀਟਿੰਗ ਚੱਲ ਰਹੀ ਹੈ ਹਜੇ, ਤੇ ਜੋਗਿੰਦਰ ਸਿੰਘ ਉਗਰਾਹਾ ਜਦੋਂ ਬਾਹਰ ਆਉਂਦੇ ਨੇ ਉਹ ਮੀਡੀਆ ਨੂੰ ਆ ਕੇ ਬਿਆਨ ਦਿੰਦੇ ਨੇ ਜੀ ਇਹ ਮੀਟਿੰਗ ਦੇ ਵਿੱਚ ਜਿਹੜੀਆਂ ਸਰਕਾਰ ਦੀ ਪ੍ਰਪੋਜ਼ਲਾਂ ਨੂੰ ਮੂਲੋਂ ਰੱਦ ਕਰ ਦਿੱਤਾ ਗਿਆ ਹੈ ਤੇ ਇਹਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਤਿੰਨੇ ਖੇਤੀ ਕਾਨੂੰਨ ਵਾਪਸ ਲਏ ਜਾਣ ਤੇ ਨਾਲ ਹੀ MSP ਦਾ ਜਿਹੜਾ ਕਾਨੂੰਨ ਹੈ ਉਹ ਬਣਾਇਆ ਜਾਏ, ਇਹ ਗੱਲ ਕਹੀ। ਉਸ ਤੋਂ ਬਾਅਦ ਜਦੋਂ ਜੋਗਿੰਦਰ ਸਿੰਘ ਉਗਰਾਹਾ ਚਲੇ ਜਾਂਦੇ ਨੇ ਉੱਥੇ, ਹਾਲਾਂਕਿ ਉਹ ਮੀਡੀਆ ਨਾਲ ਗੱਲ ਨਹੀਂ ਸੀ ਕਰ ਰਹੇ, ਮੀਡੀਆ ਨਾਲ ਜ਼ਬਰਦਸਤੀ ਮੀਡੀਆ ਨੇ ਉਹਨਾਂ ਨਾਲ ਗੱਲ ਕੀਤੀ। ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਬਾਹਰ ਆ ਗਏ, ਉਹ ਵੀ ਵੱਡੇ ਨੇਤਾ ਨੇ ਕਿਸਾਨਾਂ ਦੇ, ਉਹ ਬਾਹਰ ਆਏ। ਉਹਨਾਂ ਨੇ ਆ ਕੇ ਕਿਹਾ ਜੀ ਮੀਟਿੰਗ ਤਾਂ ਹਜੇ ਚੱਲ ਰਹੀ ਹੈ, ਹਜੇ ਕੋਈ ਅਜਿਹਾ ਫੈਸਲਾ ਨਹੀਂ ਹੋਇਆ, ਕਿਸੇ ਕਿਸਮ ਦਾ ਕੋਈ ਵੀ ਡਿਸੀਜਨ ਨਹੀਂ ਲਿਆ ਗਿਆ, ਪਰ ਮੀਟਿੰਗ ਜਿਹੜੀ ਚੱਲ ਰਹੀ ਹੈ। ਹੁਣ ਇੱਥੋਂ ਕਈ ਸੰਸ਼ੇ ਵੀ ਪੈਦਾ ਹੋ ਰਹੇ ਸੀ, ਕੀ ਚੀਜ਼ਾਂ ਦਿਮਾਗ ਦੇ ਵਿੱਚ ਆ ਰਹੀਆਂ ਸੀ ਵੀ ਹੋ ਕੀ ਰਿਹਾ। ਇਹਦਾ ਮਤਲਬ ਸਹਿਮਤੀ ਅੰਦਰ ਨਹੀਂ ਬਣਦੀ, ਇਹਦਾ ਮਤਲਬ ਇਹ ਆ ਕਿ ਕੁਝ ਲੋਕ ਸ਼ਾਇਦ ਇਹ ਸੋਚ ਰਹੇ ਨੇ ਕਿ ਜੀ ਸਰਕਾਰ ਦੀ ਪ੍ਰਪੋਜ਼ਲ ਸੁਣ ਲੈਣੀ ਚਾਹੀਦੀ ਆ, ਮੰਨ ਲੈਣੀ ਚਾਹੀਦੀ ਆ, ਜਾਂ ਨਹੀਂ ਮੰਨਣੀ ਤੇ ਕੁਝ ਆਪਣੇ ਕੋਲੋਂ ਹੋਰ ਪ੍ਰਪੋਜ਼ਲ ਦੇ ਕੇ ਇਸ ਨੂੰ ਕਿਤੇ ਨਾ ਕਿਤੇ ਵਿੱਚ ਵਿਚਾਲੇ ਰਸਤਾ ਕੱਢਣਾ ਚਾਹੀਦਾ ਹੈ। ਇਹ ਬਾਹਰ ਜਿਹੜੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਫਿਰ ਇੱਕ ਪਟਿਆਲਾ ਦੇ ਕਿਸਾਨ ਆਗੂ ਨੇ ਉਹ ਬਾਹਰ ਆਏ, ਉਹਨਾਂ ਨੇ ਵੀ ਆ ਕੇ ਇਹ ਗੱਲ ਕਹਿਤੀ ਜੀ ਮੀਟਿੰਗ ਤਾਂ ਹਜੇ ਚੱਲ ਰਹੀ ਹੈ, ਮੀਟਿੰਗ ਹਜੇ ਖਤਮ ਨਹੀਂ ਹੈ। ਪਰ ਮੀਟਿੰਗ ਜਿਵੇਂ ਜਿਵੇਂ ਮੀਟਿੰਗ ਚੱਲਦੀ ਪਈ ਸੀ ਔਰ ਤਿਵੇਂ ਤਿਵੇਂ ਇਕੱਲਾ ਕਿਸਾਨ ਆਗੂ ਬਾਹਰ ਆ ਰਿਹਾ ਸੀ, ਤਾਂ ਇਸ ਤਰ੍ਹਾਂ ਢੰਗ ਦੇ ਜਿਹੜੇ ਮਿਕਸ ਜਿਹੇ ਬਿਆਨ ਆ ਰਹੇ ਸੀ। ਔਰ ਉਸ ਤੋਂ ਇਲਾਵਾ ਇਹਨਾਂ ਬਿਆਨਾਂ ਤੋਂ ਵੀ ਇਲਾਵਾ ਪਹਿਲੋਂ ਇੱਕ ਪ੍ਰੈਸ ਨੋਟ ਸਾਹਮਣੇ ਆਇਆ, ਜਿਹੜਾ IT ਸੈੱਲ ਦਾ ਇਹਨਾਂ ਦਾ ਪ੍ਰੈਸ ਨੋਟ ਆਉਂਦਾ ਹੈ, ਰੋਜ਼ ਜਿਹੜਾ ਪ੍ਰੈਸ ਨੋਟ ਜਾਰੀ ਹੁੰਦਾ ਹੈ, ਉਹ ਪ੍ਰੈਸ ਨੋਟ ਆ ਗਿਆ ਬਾਹਰ। ਔਰ ਪ੍ਰੈਸ ਨੋਟ ਦੇ ਉੱਤੇ ਸਾਫ਼-ਸਾਫ਼ ਲਿਖਿਆ ਹੋਇਆ ਸੀਗਾ ਕਿ ਇਹ ਜਿਹੜੇ ਤਿੰਨੇ ਖੇਤੀ ਕਾਨੂੰਨ ਵਾਪਸ ਲਏ ਬਿਨਾਂ ਜਾਂ MSP ਤੋਂ ਬਿਨਾਂ ਨਹੀਂ ਮੰਨਣਗੇ ਤੇ ਸਰਕਾਰ ਦੀ ਪ੍ਰਪੋਜ਼ਲ ਰੱਦ ਕੀਤੀ ਜਾਂਦੀ ਹੈ। ਇਹ ਪ੍ਰੈਸ ਨੋਟ ਆ ਗਿਆ। ਹੁਣ ਬਿਆਨ ਜਿਹੜੇ ਮਿਕਸ ਆ ਰਹੇ ਸੀ, ਲਗਾਤਾਰ ਕੋਈ ਕਿਸਾਨ ਕੁਝ ਕਹਿ ਰਿਹਾ ਸੀ, ਕੋਈ ਕਿਸਾਨ ਆਗੂ ਕੁਝ ਕਹਿ ਰਿਹਾ ਸੀ। ਇੱਥੋਂ ਕਈ ਗੱਲਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਇੱਕ ਤੇ ਮੀਟਿੰਗ ਬੜੀ ਲੰਬੀ ਚੱਲਦੀ ਹੈ, ਮੀਟਿੰਗ ਜਿਹੜੀ ਹੈ 9-10 ਘੰਟੇ ਦੀ ਮੀਟਿੰਗ ਛੋਟੀ ਨਹੀਂ ਹੁੰਦੀ। ਬਿਲਕੁਲ। ਉਸ ਤੋਂ ਇਲਾਵਾ ਜਿਹੜਾ ਕਿਸਾਨ ਇੱਕ ਬਾਹਰ ਆ ਰਿਹਾ ਹੈ, ਉਹ ਬਾਹਰ ਪਹਿਲਾਂ ਤਾਂ ਮੀਡੀਆ ਨਾਲ ਗੱਲ ਨਹੀਂ ਕਰਦਾ, ਤੇ ਮੀਡੀਆ ਨਾਲ ਜਦੋਂ ਜ਼ਬਰਦਸਤੀ ਮੀਡੀਆ ਉਸ ਨਾਲ ਗੱਲ ਕਰਦਾ ਹੈ ਤਾਂ ਬਿਆਨ ਜਿਹੜੇ ਨੇ ਉਹਨਾਂ 'ਚ ਭਿੰਨਤਾ ਪਾਈ ਜਾ ਰਹੀ ਹੈ, ਬਿਆਨ ਵੱਖਰੇ ਵੱਖਰੇ ਆ ਰਹੇ ਨੇ। ਪਰ ਆਖਿਰਕਾਰ ਜਦੋਂ ਐਂਟਰੀ ਹੋਈ, ਫਿਰ ਬਾਅਦ ਚੋਂ ਆਪਣੇ ਜਿਹੜੇ ਮੇਨ ਲੀਡਰ ਨੇ, ਨਾ ਮੇਰੇ ਦਿਮਾਗ ਚੋਂ ਨਿਕਲ ਗਿਆ ਉਹਦਾ, ਹਾਂ ਖੈਰ, ਤੇ ਉਹ ਜਦੋਂ ਬਾਹਰ ਆਏ ਉਹਨਾਂ ਨੇ ਆ ਕੇ ਫਿਰ ਇਸ ਗੱਲ ਤੋਂ ਪਰਦਾ ਚੁੱਕਤਾ ਬਿਲਕੁਲ ਕਿ ਕਿਸਾਨਾਂ ਦੀ ਜਿਹੜੀ ਮੰਗ ਉਹੀ ਹੈ, ਜਿਹੜੀ ਮੰਗ ਪਹਿਲਾਂ ਸੀ ਉਹ ਮੰਗ ਉਸੇ ਤਰੀਕੇ ਨਾਲ ਜਾਰੀ ਰਹੇਗੀ। ਤੇ ਹੁਣ ਜਿਹੜੀ ਕੱਲ ਮੀਟਿੰਗ ਹੋਣ ਵਾਲੀ ਹੈ, ਇਸ ਮੀਟਿੰਗ ਦੇ ਵਿੱਚ ਸਿਰਫ ਤੇ ਸਿਰਫ 3 ਖੇਤੀ ਬਿੱਲਾਂ ਬਾਰੇ ਗੱਲ ਹੋਏਗੀ, ਉਹਨਾਂ ਨੂੰ ਵਾਪਸ ਲਿਆ ਜਾਏ ਇਹ ਮੰਗ ਹੋਏਗੀ, ਤੇ ਇਸ ਦੇ ਨਾਲ ਨਾਲ ਜਿਹੜੀ MSP ਨੂੰ ਲੀਗਲਾਈਜ਼ ਕਰਨ ਦੀ ਮੰਗ ਹੋਏਗੀ। ਸਿਰਫ ਇਹਦੇ ਤੇ ਹੀ ਜਿਹੜੀ ਗੱਲਬਾਤ ਕੀਤੀ ਜਾਵੇਗੀ। ਸੋ ਸਰਕਾਰ ਜੀ
ਸੋ ਸਰਕਾਰ ਨੇ ਤਾਂ ਜਿਸ ਤਰੀਕੇ ਨਾਲ ਆਪਣੀ ਗੱਲ ਰੱਖ ਦਿੱਤੀ ਸੀਗੀ ਕਿ 1.5 ਸਾਲ ਤੱਕ ਦੇ ਲਈ ਜਿਹੜਾ ਮੁਲਤਵੀ ਜੇ ਆਪਾਂ ਕਰ ਦਈਏ ਤੇ 1.5 ਸਾਲ ਤੋਂ ਬਾਅਦ ਇੱਕ ਆਫਰ ਜੀ ਫਿਰ ਉਹਨਾਂ ਨੂੰ ਦਿੱਤੀ। ਹਾਲਾਂਕਿ ਇਦਾਂ ਦੀਆਂ ਆਫਰਾਂ ਪਹਿਲਾਂ ਵੀ ਦਿੱਤੀਆਂ ਗਈਆਂ ਨੇ, ਪਰ ਖੈਰ ਕਿਸਾਨ ਜਿਹੜੇ ਨੇ ਉਹ ਟਸ ਤੋਂ ਮਸ ਨਹੀਂ ਹੋ ਰਹੇ। ਹੁਣ 26 ਜਨਵਰੀ ਦੀ ਜਿਹੜੀ ਪਰੇਡ ਹੈ ਉਸ ਨੂੰ ਲੈ ਕੇ ਵੀ ਜਿਹੜੀ ਗੱਲ ਕਹੀ ਗਈ ਹੈ ਕਿ ਪਰੇਡ ਤਾਂ ਹੋਣੀ ਹੈ, ਹਾਲਾਂਕਿ ਸੁਪਰੀਮ ਕੋਰਟ ਨੇ ਜਿਹੜਾ ਉਹ ਮਨਾ ਕਰ ਦਿੱਤਾ ਸੀਗਾ। ਤੇ ਇਹ ਵਾਲੀ ਜਿਹੜੀ ਹੁਣ ਸਿਚੁਏਸ਼ਨ ਰਾਕੇਸ਼ ਜੀ ਜਿਸ ਤਰੀਕੇ ਨਾਲ ਰਜਿਸਟਰੀ ਪੈਦਾ ਹੋ ਰਹੀ ਹੈ, ਹੁਣ ਕੀ ਲੱਗਦਾ ਹੈ ਕਿ ਇਸ ਸਿਚੁਏਸ਼ਨ ਦੇ ਵਿੱਚ ਜਿਹੜਾ ਅੱਗੇ ਕੀ ਨਜ਼ਰ ਆ ਰਿਹਾ ਹੈ? ਕਿ ਦੋ ਫਾੜ ਇੱਕ ਕਹਿ ਸਕਦੇ ਆ ਕਿ ਲੜਾਈ ਹੋਣ ਜਾ ਰਹੀ ਹੈ, ਬਿਕਾਜ਼ ਜਿਹੜੇ ਬਿਆਨ ਆ ਰਹੇ ਨੇ ਉਹ ਇਹ ਵੀ ਬਿਆਨ ਕਿਤੇ ਨਾ ਕਿਤੇ ਸਾਬਿਤ ਕਰ ਰਹੇ ਨੇ ਕਿ ਜੋ ਮਰਜ਼ੀ ਹੋ ਜਾਏ, ਚਾਹੇ ਬੈਰੀਅਰ ਕਿਉਂ ਨਾ ਤੋੜਨੇ ਪੈਣ, ਪਰੇਡ ਤਾਂ ਹੋ ਕੇ ਹੀ ਰਹੇਗੀ। ਸੋ ਹੁਣ ਕੀ ਲੱਗਦਾ ਹੈ ਤੇ ਨਾਲੇ ਦਿੱਲੀ ਪੁਲਿਸ ਦਾ ਰਵੱਈਆ ਕਿਹੋ ਜਿਹਾ ਦਿਖਾਈ ਦੇ ਰਿਹਾ ਹੈ? ਕੀ ਰਿੰਗ ਰੋਡ ਦੇ ਲਈ ਕੁਝ ਅਜਿਹਾ ਪਲਾਨ ਦਿੱਤਾ ਜਾ ਰਿਹਾ ਹੈ ਕਿ ਵੀ ਜੇ ਉਹ ਕਰਨਾ ਚਾਹੁੰਦੇ ਨੇ ਪਰੇਡ ਕਿਸਾਨ 26 ਤਰੀਕ ਨੂੰ, ਤਾਂ ਫਿਰ ਉਹਨਾਂ ਦਾ ਕੀ ਰੂਟ ਜਿਹੜਾ ਉਹ ਬਣਾਇਆ ਜਾਏਗਾ ਤੇ ਕਿਵੇਂ ਉੱਥੋਂ ਜਾਣਗੇ? ਦੇਖੋ, ਅੱਜ ਜਿਹੜੀ ਮੀਟਿੰਗ ਹੋਈ ਸੀ ਦਿੱਲੀ ਪੁਲਿਸ ਨਾਲ, ਉਸ ਮੀਟਿੰਗ ਦੇ ਵਿੱਚ ਦਿੱਲੀ ਪੁਲਿਸ ਨੇ ਸਾਫ਼ ਮਨਾ ਕਰਤਾ ਜੀ ਅਸੀਂ ਪਰਮਿਸ਼ਨ ਨਹੀਂ ਦੇ ਸਕਦੇ, ਕਿਉਂਕਿ ਦਿੱਲੀ ਪੁਲਿਸ ਵਾਰ-ਵਾਰ ਜਿਹੜੀ ਆ ਉਹ ਅਗੇਨ ਸੁਪਰੀਮ ਕੋਰਟ ਦੇ ਪਾਲੇ 'ਚ ਸੁੱਟਣ ਦੀ ਕੋਸ਼ਿਸ਼ ਕਰ ਰਹੀ ਸੀ, ਉੱਥੋਂ ਗਾਈਡਲਾਈਨਸ ਲੈਣ ਦੀ ਕੋਸ਼ਿਸ਼ ਕਰ ਰਹੀ ਸੀ। ਕਿਸਾਨ ਉਸ ਨੂੰ ਇਨਕਾਰ ਕਰ ਰਹੇ ਸੀ ਵਾਰ-ਵਾਰ, ਔਰ ਹੁਣ ਜਦੋਂ ਮੀਟਿੰਗ ਹੋਈ, ਮੀਟਿੰਗ ਦੇ ਵਿੱਚ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਪਰ ਕਿਸਾਨ ਆਗੂ ਇਹ ਕਹਿ ਕੇ ਉੱਠ ਕੇ ਆਏ ਉੱਥੋਂ ਕਿ ਅਸੀਂ ਇਹ ਜਿਹੜਾ ਟਰੈਕਟਰ ਪਰੇਡ ਹੈ ਜ਼ਰੂਰ ਹੋਏਗੀ ਔਰ ਰਿੰਗ ਰੋਡ ਤੇ ਹੀ ਕਰਾਂਗੇ, ਭਾਵੇਂ ਤੁਸੀਂ ਰੋਕੋ ਜਾਂ ਨਾ ਰੋਕੋ, ਅਸੀਂ ਇਹ ਪਰੇਡ ਜ਼ਰੂਰ ਕਰਾਂਗੇ। ਹੁਣ ਇਸੇ ਦੌਰਾਨ ਜਿਹੜੀਆਂ ਕੁਝ ਤਸਵੀਰਾਂ ਆ ਰਹੀਆਂ ਨੇ, ਤਸਵੀਰਾਂ ਦੇ ਵਿੱਚ ਕਈ ਚੀਜ਼ਾਂ ਵੇਖਣ ਨੂੰ ਮਿਲਦੀਆਂ ਕਿ ਵਿਸ਼ੇਸ਼ ਤੌਰ ਤੇ ਟਰੈਕਟਰ ਤਿਆਰ ਕੀਤੇ ਜਾ ਰਹੇ ਨੇ ਕਿ ਕੋਈ ਬੈਰੀਕੇਡਸ ਹੁੰਦੇ ਨੇ ਜਾਂ ਕੋਈ ਰੁਕਾਵਟਾਂ ਹੁੰਦੀਆਂ ਨੇ, ਉਹਨੂੰ ਕਿਵੇਂ ਦੂਰ ਕਰਨਾ ਹੈ। ਇੱਥੋਂ ਤੱਕ ਕਿ ਕਈ ਜਿਹੜੀਆਂ ਸੋਸ਼ਲ ਮੀਡੀਆ ਤੇ ਆ ਰਹੀਆਂ ਕਿ JCB ਮਸ਼ੀਨਾਂ ਜਿਹੜੀਆਂ, ਤਮਾਮ ਚੀਜ਼ਾਂ ਜਿਹੜੀਆਂ ਅਜਿਹੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ। ਦੂਜੇ ਪਾਸੇ ਕਿਸਾਨ ਜਿਹੜੇ ਨੇ ਉਹ ਵਾਰ-ਵਾਰ ਕਹਿ ਰਹੇ ਨੇ ਇਸ ਗੱਲ ਨੂੰ ਕਿ ਉਹ ਬਿਲਕੁਲ ਸ਼ਾਂਤਮਈ ਢੰਗ ਨਾਲ ਉਹਨਾਂ ਨੇ ਜਿਹੜਾ ਆਪਣਾ ਪਲਾਨ ਕੀਤਾ ਹੈ, ਇਸ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਭੜਕਾਊ ਚੀਜ਼ ਕੋਈ ਵੀ ਨਹੀਂ ਹੋਏਗੀ। ABCD ਕਿਸੇ ਤਰੀਕੇ ਦੀ ਵੀ ਕੋਈ ਵੀ ਭੜਕਾਊ ਜਿਹੜੀ ਚੀਜ਼ ਨਹੀਂ ਹੋਏਗੀ। ਕਿਸਾਨ ਵਾਰ-ਵਾਰ ਇਹ ਗੱਲ ਨੂੰ ਕਹਿ ਰਹੇ ਨੇ, ਦੁਹਰਾ ਰਹੇ ਨੇ ਵਾਰ-ਵਾਰ। ਹੁਣ ਦੇਖੋ, ਪਹਿਲਾਂ ਮੈਂ ਪਿੱਛੇ ਜਾਣਾ ਚਾਹੂੰਗਾ ਥੋੜਾ ਜਿਹਾ, ਫਿਰ ਉਸ ਮੀਟਿੰਗ ਬਾਰੇ ਗੱਲ ਕਰਨਾ ਚਾਹੂੰਗਾ ਸ਼ਹਿਰੀ ਕਿ ਇਹਦੀ ਮੀਟਿੰਗ ਚੱਲਦੀ ਸੀ ਜੀ। ਇਹ ਅੰਦਾਜ਼ੇ ਭਾਵੇਂ ਜੋ ਮਰਜ਼ੀ ਲਾਏ ਜਾ ਰਹੇ ਸੀਗੇ ਕਿ ਮੀਟਿੰਗ ਦੇ ਵਿੱਚ ਹੋ ਸਕਦਾ ਇੱਕ ਸੁਰਤਾ ਨਾ ਬਣਦੀ ਹੋਏ, ਇਸ ਕਰਕੇ ਇੰਨੀ ਲੰਮੀ ਮੀਟਿੰਗ ਚੱਲੀ। ਪਰ ਆਫਟਰ ਆਲ ਜਿਹੜਾ ਨਤੀਜਾ ਸਰਬਸੰਮਤੀ ਵਾਲਾ ਹੀ ਬਾਹਰ ਆਉਂਦਾ ਹੈ ਕਿ ਇਹ ਨਤੀਜਾ ਸਾਰਿਆਂ ਨੂੰ ਸਹਿਮਤ ਕਰ ਵੀ ਨਹੀਂ ਸਕਦੇ ਤੁਸੀਂ ਹਮੇਸ਼ਾ ਵਾਸਤੇ। ਦੂਜਾ ਇਹ ਹੈ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਤੇ ਉੱਥੇ ਦੇ ਲੋਕਾਂ ਦੇ ਵਿੱਚ ਬੇਚੈਨੀ ਹੈ, ਜੇ ਤੇ ਉੱਥੇ ਦੇ ਲੋਕਾਂ ਦੇ ਵਿੱਚ ਉਤਸ਼ਾਹ ਦੀ ਕਮੀ ਹੈ, ਜੇ ਤੇ ਉਹ ਸੋਚ ਰਹੇ ਨੇ ਕਿ ਹੁਣ ਇੱਥੋਂ ਅੱਕ ਗਏ ਨੇ, ਆਪਾਂ ਘਰ ਵਾਪਸ ਚੱਲੀਏ, ਬਸ ਹੁਣ ਜੋ ਕੋਈ ਨਾ ਕੋਈ ਫੈਸਲਾ ਕਰਕੇ ਆਪਾਂ ਘਰ ਵਾਪਸ ਚੱਲੀਏ, ਜੇ ਤੇ ਲੋਕ ਉੱਥੇ ਜਿਹੜੇ ਨੇ ਉਹਨਾਂ ਦੇ ਆਉਣ ਦੀ ਸੰਖਿਆ ਘਟ ਰਹੀ ਹੈ ਬਲਕਿ ਸੰਖਿਆ ਤਾਂ ਵੱਧ ਰਹੀ ਹੈ, ਇਹ ਚੀਜ਼ਾਂ ਜੇ ਨਹੀਂ ਹੈਗੀਆਂ ਤਾਂ ਫਿਰ ਕਿਹਾ ਜਾ ਸਕਦਾ ਵੀ ਕਿਸਾਨ ਲਓ ਜੀ ਹੁਣ ਤੇ ਥੱਕ ਗਏ ਨੇ ਜਾਂ ਅੱਕ ਗਏ ਨੇ, ਤੇ ਹੁਣ ਹੋ ਸਕਦਾ ਕਿ ਅਜਿਹਾ ਫੈਸਲਾ ਲੈ ਜਾਣ। ਕਿਉਂਕਿ ਕਿਸਾਨਾਂ ਨੂੰ ਇਹ ਪਤਾ ਹੈ ਕਿ ਇਹ ਜਿਹੜਾ ਹੁਣ ਮੂਵਮੈਂਟ ਬਣੀ ਹੈ, ਜਿਹੜੀ ਜਿਹਦੇ ਨਾਲ ਸਰਕਾਰ ਜਿਹੜੀ ਹੈ ਹੁਣ ਥੋੜੀ ਜਿਹੀ ਝੁਕਦੀ ਨਜ਼ਰ ਆ ਰਹੀ ਹੈ, ਇਹ ਮੂਵਮੈਂਟ ਦੁਬਾਰਾ ਕਦੇ ਨਹੀਂ ਬਣਨੀ। ਇੱਕ ਇਤਿਹਾਸਿਕ ਮੂਵਮੈਂਟ ਬਣ ਚੁੱਕੀ ਹੈ, ਇੰਨਾ ਵੱਡਾ ਇਕੱਠ, ਇੱਕ ਜਿਹੜਾ ਸ਼ਹਿਰ ਵਸਾਇਆ ਜਾ ਚੁੱਕਾ ਹੈ ਦਿੱਲੀ ਦੇ ਬਾਰਡਰਾਂ ਤੇ, ਤਾਂ ਉਹ ਦੁਬਾਰਾ ਨਹੀਂ ਹੋ ਸਕਦਾ। ਇਸੇ ਚੀਜ਼ ਦੇ ਮੱਦੇ ਨਜ਼ਰ ਇਹ ਫੈਸਲਾ ਲਿਆ ਗਿਆ ਕਿ ਜੇ ਹੁਣ ਨਹੀਂ ਤੇ ਕਦੀ ਨਹੀਂ। ਮੁਲਤਵੀ ਕਰਾ ਲੈਣਗੇ ਸਾਲ ਵਾਸਤੇ, 2 ਸਾਲ ਵਾਸਤੇ, 3 ਸਾਲ ਵਾਸਤੇ, ਪਰ ਜਿਹੜੀ ਤਲਵਾਰ ਹੈ ਉਹ ਲਟਕਦੀ ਰਹੇਗੀ। ਇਸੇ ਕਰਕੇ ਫੈਸਲਾ ਲਿਆ ਗਿਆ। ਔਰ ਦੂਸਰਾ, ਕਿਉਂਕਿ ਸਭ ਤੋਂ ਵੱਡਾ ਦਬਾਅ ਜਿਹੜਾ ਹੈ ਇਸ ਵੇਲੇ ਉਹ ਸਿਰਫ ਤੇ ਸਿਰਫ ਟਰੈਕਟਰ ਰੈਲੀ ਦਾ ਹੈ, ਉਹ ਵੀ 26 ਜਨਵਰੀ ਨੂੰ ਲੈ ਕੇ, ਕਿ 26 ਜਨਵਰੀ ਦਾ ਦਿਨ ਅਜਿਹਾ ਦਿਨ ਹੈ ਜਿਸ ਦੀ ਕਿ ਦੁਨੀਆ ਦੇ ਵਿੱਚ ਚਰਚਾ ਹੋਣੀ ਹੈ। ਜੇ ਕੋਈ ਵੀ ਕਿਸੇ ਤਰੀਕੇ ਦੀ ਵੀ ਕੋਈ ਗੱਲ ਸਾਹਮਣੇ ਆਉਂਦੀ ਹੈ, ਭਾਵੇਂ ਇਹਦੇ ਪ੍ਰੋਜ਼ ਐਂਡ ਕੋਨਸ ਦੀ ਗੱਲ ਨਾ ਕਰੀਏ, ਭਾਵੇਂ ਇਹਦੇ ਫਾਇਦੇ ਨੁਕਸਾਨ ਦੀ ਗੱਲ ਨਾ ਕਰੀਏ, ਤਾਂ ਵੀ ਇਹ ਜਿਹੜੀ ਚਰਚਾ ਜਾਰੀ ਰਹਿਣੀ ਹੈ, 19 ਤਰੀਕ ਤੱਕ ਜਾਰੀ ਰਹਿਣੀ ਹੈ। ਹੁਣ ਜਿਸ ਤਰ੍ਹਾਂ ਦਾ ਘਟਨਾਕ੍ਰਮ ਪੂਰੇ ਵਿਸ਼ਵ ਦੇ ਵਿੱਚ ਸਾਹਮਣੇ ਆ ਰਿਹਾ ਹੈ, ਜਿਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ, ਉਸ ਦੇ ਮੱਦੇ ਨਜ਼ਰ ਤਾਂ ਇਹ ਦਿਨ ਹੋਰ ਜ਼ਿਆਦਾ ਤੋਂ ਜ਼ਿਆਦਾ ਇੰਪੋਰਟੈਂਟ ਬਣਦਾ ਜਾ ਰਿਹਾ ਹੈ। ਔਰ ਇਸੇ ਕਰਕੇ ਮੈਂ ਵਾਰ-ਵਾਰ ਕਹਿਣਾ ਕਿ ਸਰਕਾਰ ਦੇ ਗਲੇ ਦੀ ਜੇ ਹੱਡੀ ਹੈ ਇਸ ਵੇਲੇ ਸਭ ਤੋਂ ਵੱਡੀ, ਉਹ ਹੈ 26 ਜਨਵਰੀ ਨੂੰ ਕਿਸਾਨਾਂ ਦਾ ਟਰੈਕਟਰ ਮਾਰਚ। ਉਸ ਨੂੰ ਲੈ ਕੇ ਜੇ 1.5 ਸਾਲ ਦੀ ਪ੍ਰਪੋਜ਼ਲ ਦਿੱਤੀ ਗਈ ਹੈ, ਉਹ ਵੀ ਸਿਰਫ ਇਸੇ ਕਰਕੇ ਦਿੱਤੀ ਹੈ। ਤਾਂ ਜੇ ਕਿਸਾਨਾਂ ਤੇ ਕਾਨੂੰਨਾਂ ਦੀ ਤਲਵਾਰ ਲਟਕ ਰਹੀ ਹੈ, ਤਾਂ ਸਰਕਾਰ ਤੇ ਵੀ ਇਹ ਜਿਹੜਾ ਕਿਸਾਨਾਂ ਦੀ ਇਸ ਵੇਲੇ ਜਿਹੜੀ ਇਹ ਜ਼ਿੱਦਬਾਜ਼ੀ ਹੈ ਕਿ ਅਸੀਂ ਟਰੈਕਟਰ ਮਾਰਚ ਕੱਢਣਾ ਹੀ, ਉਹਦੀ ਤਲਵਾਰ ਲਟਕ ਰਹੀ ਹੈ। ਔਰ ਉਸੇ ਦੇ ਮੱਦੇ ਨਜ਼ਰ ਜਿਹੜੇ ਹੁਣ ਕੱਲ ਵੀ ਮੀਟਿੰਗ ਹੈ,
ਫੈਸਲੇ ਜਿਹੜੇ ਹੋਣੇ ਨੇ ਉਸੇ ਦੇ ਮੱਦੇਨਜ਼ਰ ਹੀ ਹੋਣੇ ਨੇ, ਕਿਉਂਕਿ ਸਰਕਾਰ ਦੀ ਇਹ ਪੂਰੀ ਕੱਲ ਕੋਸ਼ਿਸ਼ ਹੈ ਇਸ ਵੇਲੇ। ਬਿਲਕੁਲ ਰਾਜੇਸ਼, ਇਹ ਜਿਹੜੀ ਕੱਲ ਮੀਟਿੰਗ ਰੱਖੀ ਗਈ ਹੈ, ਜਦੋਂ ਸਰਕਾਰ 10 ਮੀਟਿੰਗਾਂ ਕਰਨ ਦੇ ਬਾਵਜੂਦ ਕੋਈ ਸਿੱਟਾ ਨਹੀਂ ਕੱਢ ਪਾ ਰਹੀ, ਜਦੋਂ ਕੋਈ ਨਾ ਕੋਈ ਉਹਨਾਂ ਦੇ ਅੱਗੇ ਆਫਰ ਰੱਖ ਦਿੱਤੀ ਜਾਂਦੀ ਹੈ ਕਿਸਾਨ ਜਥੇਬੰਦੀਆਂ ਅੱਗੇ, ਉਹ ਨਹੀਂ ਮੰਨ ਰਹੇ, ਤੇ ਉਸ ਦੇ ਬਾਵਜੂਦ ਫਿਰ ਮੀਟਿੰਗ ਕਿਉਂ ਰੱਖੀ ਜਾਂਦੀ? ਹੁਣ ਬਕਾਇਦਾ 2 ਦਿਨਾਂ ਬਾਅਦ ਫਿਰ ਮੀਟਿੰਗ ਰੱਖਣ ਦਾ ਤੁਕ ਕੀ ਬਣਦਾ ਹੈ? ਕੀ ਸਰਕਾਰ ਵੀ ਕੀ ਚਾਹੁੰਦੀ ਹੈ ਬਾਰ-ਬਾਰ ਮੀਟਿੰਗਾਂ ਕਰਾ ਕੇ? ਦੇਖੋ, ਮੀਟਿੰਗ 11ਵੇਂ ਗੇੜ ਦੀ ਹੋਣੀ ਹੈ, ਆਫਰਾਂ ਫੇਰ ਰੱਖੀਆਂ ਜਾਣੀਆਂ, ਬਿਲਕੁਲ ਫੇਰ ਕੋਈ ਨਾ ਕੋਈ ਥੋੜਾ ਜਿਹਾ ਲਚੀਲਾਪਨ ਹੋ ਸਕਦਾ ਆ ਜੇ ਅੱਜ ਉਹ 1.5 ਸਾਲ ਕਹਿ ਰਹੇ ਨੇ ਤਾਂ ਹੋ ਸਕਦਾ ਕਹਿਣ ਵੀ ਚਲੋ ਜੀ ਆਪਾਂ ਇਹਨੂੰ 2 ਸਾਲ ਕਰ ਦਿੰਦੇ ਆ, ਜਾਂ ਕਿਸੇ ਹੋਰ ਤਰੀਕੇ ਦੀ ਪ੍ਰਪੋਜ਼ਲ ਦਿੱਤੀ ਜਾ ਸਕਦੀ ਹੈ। ਉਹ ਕਿਸੇ ਢੰਗ ਨਾਲ ਕੰਨ ਇਧਰੋਂ ਨਾ ਉਧਰੋਂ ਫੜਨ ਦੀ ਕੋਸ਼ਿਸ਼ ਹੋ ਸਕਦੀ ਹੈ ਕਿ ਫੜ ਕੇ ਕਿਸੇ ਤਰੀਕੇ ਨਾਲ ਇਸ ਚੀਜ਼ ਨੂੰ ਥੋੜਾ ਜਿਹਾ ਕੂਲ ਡਾਊਨ ਕੀਤਾ ਜਾਏ। ਖਾਸ ਤੌਰ ਤੇ ਜਿਹੜੀ ਤਵੱਜੋ ਸਰਕਾਰ ਦੀ ਉਹ ਇਹੀ ਹੈ ਕਿ ਕਿਸੇ ਤਰੀਕੇ ਨਾਲ ਜਿਹੜਾ 26 ਤਰੀਕ ਦਾ ਮਾਰਚ ਹੈ ਕਿਸਾਨਾਂ ਦਾ, ਉਸ ਨੂੰ ਟਾਲਿਆ ਜਾ ਸਕੇ, ਔਰ ਕਿਸਾਨ ਉੱਤੇ ਵਾਜਿਬ ਨੇ, ਉਹਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਪਹਿਲਾਂ ਨਾਲੋਂ ਜ਼ਿਆਦਾ ਵੱਧਦੀਆਂ ਜਾ ਰਹੀਆਂ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧਣਗੀਆਂ। ਹੋਰ ਕਿਸਾਨ ਜਿਹੜੇ ਨੇ, ਕਿਉਂਕਿ ਅੱਜ ਹੀ ਜੋ ਖਬਰ ਆਈ ਹੈ ਕਿ ਮਤਲਬ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਉੱਥੇ ਪਹੁੰਚੇ ਨੇ, ਉਹ ਸਭ ਤੋਂ ਵੱਡੀ ਗੱਲ, ਇਹ ਟਰੈਕਟਰ ਜਿਹੜੇ ਪਹੁੰਚ ਰਹੇ ਨੇ ਉਹ ਤਿਰੰਗੇ ਝੰਡੇ ਲਾ ਕੇ ਪਹੁੰਚ ਰਹੇ ਨੇ, ਔਰ ਨਾਲ ਕਿਸਾਨੀ ਝੰਡਾ, ਨਾਲ ਤਿਰੰਗਾ ਝੰਡਾ ਲਾ ਕੇ ਪਹੁੰਚ ਰਹੇ ਨੇ। ਔਰ ਸ਼ਹਿਰੀ, ਮੈਂ ਤੇ ਬਾਰ-ਬਾਰ ਉਹੀ ਗੱਲ ਕਰਾਂਗਾ ਜਿਹੜੀ ਮੈਂ ਪਹਿਲਾਂ ਗੱਲ ਕਹਿ ਰਿਹਾ ਸੀ ਕਿ ਕਿਸਾਨਾਂ ਨੂੰ ਤਿਰੰਗੇ ਝੰਡੇ ਲਾ ਕੇ ਇਜਾਜ਼ਤ ਦੇ ਦੇਣੀ ਚਾਹੀਦੀ ਹੈ ਸਕਾਟ ਕਰਕੇ, ਕਿਉਂਕਿ ਇਹ ਬਹੁਤ ਵੱਡਾ ਇੱਕ ਰਿਵਾਇਤ ਕਾਇਮ ਹੋ ਜਾਏਗੀ ਜਿਹੜੀ ਕਿ ਬਾਅਦ ਚ ਉੱਕੇ ਦਾ ਨਹੀਂ ਹੋਏਗੀ। ਦਿੱਲੀ ਪਰੇਡ ਗਰਾਊਂਡ ਚ ਜਿਹੜੀ ਪਰੇਡ ਚੱਲਦੀ ਉਹ ਤਾਂ ਹੋਏਗੀ, ਜਿਹੜੀ ਰਿੰਗ ਰੋਡ ਵਾਲੀ ਦੁਬਾਰਾ ਤਾਂ ਨਹੀਂ ਹੋਏਗੀ, ਪਰ ਜਦੋਂ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਘਰੀ ਜਾ ਕੇ ਇਸ ਤਰ੍ਹਾਂ ਦਾ ਜਿਹੜਾ ਟਰੈਕਟਰ ਮਾਰਚ ਕਿਸਾਨਾਂ ਵੱਲੋਂ ਕੱਢਿਆ ਜਾਏਗਾ ਤਾਂ ਕਿੰਨਾ ਜੋਸ਼, ਕਿੰਨਾ ਉਤਸ਼ਾਹ ਜਿਹੜਾ ਹੈ, ਦੇਸ਼ ਭਗਤੀ ਦਾ ਜਜ਼ਬਾ ਕਿੰਨਾ ਪੈਦਾ ਹੋਏਗਾ। ਇਹੀ ਦੇਸ਼ ਭਗਤੀ, ਇਹੀ ਜਜ਼ਬਾ, ਇਹੀ ਦੇਸ਼ ਭਗਤੀ, ਇਹੀ ਕਿਸਾਨਾਂ ਦਾ ਜੋਸ਼, ਇਹੀ ਤਾਂ ਸਰਕਾਰ ਨੂੰ ਪਸੰਦ ਨਹੀਂ ਆ ਰਿਹਾ ਨਾ, ਕਿਉਂਕਿ ਸਰਕਾਰ ਆਪਣੇ ਤੋਂ ਉੱਠ ਕੇ ਕਿਸੇ ਨੂੰ ਵੀ ਕੁਝ ਬੋਲਣ ਨਹੀਂ ਦਿੰਦੀ। ਉਹ ਨਹੀਂ ਚਾਹੁੰਦੀ ਕਿ ਸਰਕਾਰ ਦੇ ਉੱਤੋਂ ਦੀ ਰੱਖ ਕੇ ਪੈਰ ਕਿਸਾਨ ਆਪਣੀ ਪਰੇਡ ਜੋ ਉਹਨਾਂ ਨੇ ਰਣਨੀਤੀ ਲਿਖੀ ਹੈ ਉਹ ਕਰ ਲੈਣ। ਇਹੀ ਤਾਂ ਸਰਕਾਰ ਦੀ ਅੜੀ ਹੈ ਕਿ ਫਿਰ ਅਸੀਂ ਕਿੱਥੇ ਹਾਂ? ਸਰਕਾਰ ਨੇ ਜਿਹੜੀ ਗੱਲ ਕਹਿ ਦਿੱਤੀ ਉਹ ਜਨਤਾ ਨੂੰ ਮੰਨਣੀ ਜ਼ਰੂਰੀ ਹੈ, ਇਹੀ ਤਾਂ ਉਹ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਇਸੇ ਗੱਲ ਦੀ ਤਾਂ ਅੜੀ ਪਾਈ ਬੈਠੇ ਨੇ, ਤੇ ਫਿਰ ਉਹ ਇਜਾਜ਼ਤ ਜਿਹੜੀ ਹੈ ਉਹ ਕਿਵੇਂ ਦੇ ਸਕਦੇ ਨੇ? ਤੇ ਇਸ ਤੋਂ ਪਹਿਲਾਂ ਤੁਸੀਂ ਰਿਵਾਇਤ ਦੀ ਵੀ ਗੱਲ ਕੀਤੀ, ਉਹ ਰਿਵਾਇਤ ਵੀ ਨਹੀਂ ਪਾਉਣਾ ਚਾਹੁੰਦੇ ਕਿ ਅੱਗੇ ਤੋਂ ਜਦੋਂ ਵੀ ਇੱਦਾਂ 26 ਜਨਵਰੀ ਹੋਵੇ ਜਾਂ 15 ਅਗਸਤ ਹੋਵੇ ਤੇ ਇੱਦਾਂ ਕੋਈ ਵੀ ਤਬਕਾ ਉੱਠ ਕੇ ਆ ਕੇ ਕਵੇ ਅਸੀਂ ਪਰੇਡ ਕਰਨੀ ਹੈ ਤੇ ਸਾਡੇ ਵਰਗੇ ਕੁਝ ਕਰ ਨਹੀਂ ਪਾਣਗੇ ਤੇ ਉਹ ਪਰੇਡ ਕੱਢੀ ਜਾਣਗੇ, ਤੇ ਫਿਰ ਮੋਦੀ ਸਾਹਿਬ ਨੂੰ ਕੌਣ ਸੁਣੂਗਾ? ਉਹਨਾਂ ਨੇ ਵੀ ਤਾਂ ਆਪਣਾ ਭਾਸ਼ਣ ਦੇਣਾ ਹੁੰਦਾ ਅਜਿਹੇ ਮੌਕਿਆਂ ਦੇ ਉੱਤੇ, ਤੇ ਫਿਰ ਉਹਨਾਂ ਨੂੰ ਕੌਣ ਸੁਣੂਗਾ ਵੀ ਜੇ ਇਹੀ ਪਰੇਡ ਦੇ ਉੱਤੇ ਸਾਰਿਆਂ ਦਾ ਫੋਕਸ ਰਹਿ ਗਿਆ? ਸੋ ਇਸ ਲਈ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਡਰ ਤਾਂ ਸਤਾਉਂਦਾ ਹੀ ਹੈ ਨਾ। ਦੇਖੋ, ਬਿਲਕੁਲ ਇਹ ਸਰਕਾਰ ਤਾਂ 200% ਮੰਨ ਚੁੱਕੀ ਹੈ ਕਿ ਕਾਨੂੰਨ ਗਲਤ ਨੇ। ਸੁਪਰੀਮ ਕੋਰਟ ਜਿਹੜੀ ਹੈ ਬਣਵਾ ਚੁੱਕੀ ਹੈ ਕਿ ਕਾਨੂੰਨ ਗਲਤ ਹੈ। ਮੀਟਿੰਗਸ ਜਿੰਨੀਆਂ ਆਈਆਂ ਉਹਨਾਂ ਮੀਟਿੰਗ ਦੇ ਵਿੱਚ ਕਲੌਜ਼ ਟੂ ਕਲੌਜ਼ ਡਿਸਕਸ਼ਨ ਕਰਕੇ ਕਿਸਾਨਾਂ ਨਾਲ ਇਹ ਚੀਜ਼ ਸਾਬਤ ਹੋ ਚੁੱਕੀ ਹੈ ਕਿ ਕਾਨੂੰਨ ਗਲਤ ਹੈ। ਕਿਸਾਨ ਜੇ ਅੱਗੇ ਵਧ ਰਹੇ ਨੇ ਤੇ ਸਰਕਾਰ ਪਿੱਛੇ ਕਿਉਂ ਹਟ ਰਹੀ ਹੈ? ਕਿਉਂਕਿ ਉਹਨਾਂ ਨੂੰ ਭਲੀ ਭਾਂਤੀ ਪਤਾ ਸਿਰਫ ਤੇ ਸਿਰਫ ਸਰਕਾਰ ਦੀ ਈਗੋ, ਸਰਕਾਰ ਦੀ ਹੈਂਕੜਬਾਜ਼ੀ ਜਿਹੜੀ ਹੈ ਉਹ ਵੀ ਚੜੀ ਹੋਈ ਹੈ। ਮੇਨ ਅੜਿੱਕਾ ਹੀ ਹੋਈ ਹੈ ਕਿ ਜਿਸ ਕਰਕੇ ਸਰਕਾਰ ਹਰ ਵਾਰੀ ਕੋਸ਼ਿਸ਼ ਕਰਦੀ ਹੈ ਕਿ ਸਰਕਾਰ ਨੇ, ਪੁਲਿਸ ਨੇ, ਹੁਣ ਪੁਲਿਸ ਵੀ ਤੇ ਜਿਹੜੀ ਹੈ ਸਰਕਾਰ ਦੀ ਹੈ, ਪੁਲਿਸ ਕੋਈ ਉਹ ਨਹੀਂ ਹੈ ਕਿ ਆਟੋਨਮਸ ਬੋਡੀ ਹੈ ਜਾਂ ਕੋਈ ਆਪਣੇ ਤਰੀਕੇ ਤੇ ਕੋਈ ਡਿਸੀਜਨ ਲੈ ਸਕੇ ਜਾਂ ਆਪਣੇ ਤਰੀਕੇ ਦੇ ਡਿਸੀਜਨ ਲੈ ਕੇ ਅਲਾਉ ਕਰ ਦੇਣ। ਉਹ ਤੇ ਇੱਕ ਬੇਕਾਰ ਦੀ ਇੱਕ ਚਲਾਈ ਹੋਈ ਹੈ ਨਾ, ਇੱਕ ਜਿਹੜੀ ਆ ਵੱਖਰਾ ਟਰੈਕ ਕਿਸਾਨਾਂ ਨੂੰ ਦਿੱਤਾ ਹੈ ਕਿ ਤੁਸੀਂ ਇੱਧਰ ਵੀ ਉਲਝੇ ਰਹੋ, ਆ ਵੀ ਕੰਮ ਕਰੀ ਜਾਓ, ਨਾਲ ਇੱਧਰ ਵੀ ਮੀਟਿੰਗਾਂ ਕਰੀ ਜਾਓ। ਜੋ ਸਰਕਾਰ ਦਾ ਡਿਸੀਜਨ ਹੋਣਾ ਹੈ, ਜੋ ਹੋਮ ਮਿਨਿਸਟਰ ਦਾ ਡਿਸੀਜਨ ਹੋਣਾ ਹੈ, ਜੋ ਪ੍ਰਧਾਨ ਮੰਤਰੀ ਦਾ ਡਿਸੀਜਨ ਹੋਣਾ ਹੈ, ਚੱਲਣਾ ਤੇ ਉਹ ਹੈ, ਤਾਂ ਉਹ ਮੀਟਿੰਗਸ ਦੇ ਵਿੱਚ ਖਾਮਖਾਹ ਉਲਝਾਇਆ ਹੋਇਆ ਹੈ। ਔਰ ਉਲਝਾਉਣ ਦਾ ਮਤਲਬ ਇਹੀ ਹੈ, ਲੰਮਾ ਸਮਾਂ ਖਿੱਚਣ ਦਾ ਮਤਲਬ ਇਹੀ ਹੈ ਕਿ ਇਸ ਚੀਜ਼ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲੀਹੇ ਤੋਂ ਲਾਇਆ ਜਾਏ, ਔਰ ਲਾ ਕੇ ਇਹ ਕੋਸ਼ਿਸ਼ ਕੀਤੀ ਜਾਏ ਕਿ ਕਿਸਾਨ ਜਿਹੜੇ ਨੇ ਉਹ ਅੱਕ ਥੱਕ ਜਾਣ। ਔਰ ਜਿਹੜੀ ਹੁਣ ਕਿਸਾਨਾਂ ਦੇ ਹੱਥ ਦੇ ਵਿੱਚ ਇੱਕ ਵੱਡੀ ਚੀਜ਼ ਉਹ ਇਹੀ ਹੈ ਕਿ ਉਹ ਜਿਹੜਾ ਟਰੈਕਟਰ ਮਾਰਚ ਹੈ, ਕਿਸਾਨ ਉਹ ਤੇ ਅੜੇ ਹੋਏ ਨੇ, ਔਰ ਇਹੀ ਉਹਨਾਂ ਦੀ ਰਣਨੀਤੀ ਬਣਦੀ ਹੈ ਜਿਸ ਤੇ ਉਹ ਅੜੇ ਹੋਏ ਨੇ। ਔਰ ਵਾਰ-ਵਾਰ ਉਹ ਇਹੋ ਗੱਲ ਕਰ ਰਹੇ ਨੇ ਕਿ ਟਰੈਕਟਰ ਮਾਰਚ ਹੋਏਗਾ, ਹਰ ਹਾਲ ਦੇ ਵਿੱਚ ਹੋਏਗਾ, ਭਾਵੇਂ ਉਹਦੇ ਵਾਸਤੇ ਰੁਕਾਵਟਾਂ ਖੜੀਆਂ ਕਰਨ। ਸਰਕਾਰ ਵਾਸਤੇ ਦੋਵੇਂ ਪਾਸੇ ਫਸੇ ਹੋਏ ਨੇ। ਜੇ ਉਹ ਇੱਕ ਸ਼ਕਤੀ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੰਦੇ ਨੇ ਕਿਸਾਨਾਂ ਨੂੰ ਕਿ ਉਹ ਜਿਸ ਤਰ੍ਹਾਂ ਕਿ ਅਸੀਂ ਕਹਿ ਰਹੇ ਹਾਂ ਕਿ ਚਲੋ ਇਜਾਜ਼ਤ ਦੇ ਦੇਣੀ ਚਾਹੀਦੀ ਹੈ, ਉਹਦੇ ਵਿੱਚ ਜਿਹੜੀ ਹੈ ਸਰਕਾਰ ਆਪਣੀ ਫਿਰ ਈਗੋ ਉਹਨਾਂ ਦੀ ਆੜੇ ਆ ਜਾਂਦੀ ਹੈ। ਫਿਰ ਈਗੋ ਜਿਹੜੀ ਹੈ ਉਹਨਾਂ ਦੀ ਹਰਟ ਹੁੰਦੀ ਹੈ ਕਿ ਇਹ ਦਿੱਲੀ ਦੇ ਵਿੱਚ ਆ ਕੇ ਪੰਜਾਬ ਦੇ ਕਿਸਾਨ ਉੱਠ ਕੇ, ਹਰਿਆਣੇ ਦੇ ਕਿਸਾਨ ਉੱਠ ਕੇ, ਜਾਂ ਕੁਛ ਹੋਰ ਸੂਬਿਆਂ ਦੇ ਕਿਸਾਨ ਉੱਠ ਕੇ ਇਸ ਢੰਗ ਨਾਲ। ਔਰ ਦੇਖੋ, ਇਹ ਜਿਹੜੀ ਪਰੇਡ ਕਿਸਾਨਾਂ ਨੇ ਕਰਨੀ ਹੈ, ਉਹਦੇ ਵਿੱਚ ਕਿਸਾਨਾਂ ਨੇ ਆਪਣੀਆਂ ਝਾਂਕੀਆਂ ਵੀ ਤਿਆਰ ਕੀਤੀਆਂ ਨੇ।
ਹਰ ਸੂਬੇ ਤੋਂ ਜਿੱਦਾਂ ਪਰੇਡ ਹੁੰਦੀ ਹੈ, ਜਵਾਨਾਂ ਦੀ ਪਰੇਡ ਹੁੰਦੀ ਹੈ, ਉਸ ਦੇ ਵਿੱਚ ਵੱਖ-ਵੱਖ ਝਾਕੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਔਰ ਦਿਖਾਈਆਂ ਜਾਂਦੀਆਂ ਨੇ। ਜ਼ਿਲ੍ਹਾ ਪੱਧਰ ਤੇ ਵੀ ਪਰੇਡਸ ਹੁੰਦੀਆਂ ਨੇ, ਉੱਥੇ ਵੀ ਵੱਖ-ਵੱਖ ਭਾਗਾਂ ਵੱਲੋਂ ਆਪਣੀਆਂ ਝਾਕੀਆਂ ਜਿਹੜੀਆਂ ਦਿਖਾਈਆਂ ਜਾਂਦੀਆਂ ਨੇ। ਇਹਦੇ ਵਿੱਚ ਕਿਸਾਨੀ ਮਸਲਿਆਂ ਨੂੰ ਲੈ ਕੇ ਉਹਨਾਂ ਨੇ ਝਾਕੀਆਂ ਦਿਖਾਣੀਆਂ ਨੇ ਔਰ ਉਹ ਵੀ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕਰਨੀ ਹੈ ਪੂਰੇ ਦੇਸ਼ ਨੂੰ, ਪੂਰੇ ਵਿਸ਼ਵ ਨੂੰ, ਕਿ ਕਿਸਾਨ ਦੀਆਂ ਉਲਝਣਾਂ ਕੀ ਨੇ, ਕਿਸਾਨ ਦੀਆਂ ਮੁਸ਼ਕਲਾਂ ਕੀ ਨੇ, ਕਿਸਾਨ ਕਿਸ ਦੌਰ ਚੋਂ ਗੁਜ਼ਰ ਰਿਹਾ, ਉਹ ਝਾਕੀਆਂ ਦੇ ਪ੍ਰਤੀ ਲੋਕਾਂ ਨੂੰ ਦੱਸਣਾ ਹੈ। ਉਹਦੀ ਤਿਆਰੀ ਪੂਰੀ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਕਿ ਉਹ ਅਸੀਂ ਕਰਨਾ ਹੀ ਕਰਨਾ ਹੈ ਹਰ ਹਾਲ ਦੇ ਵਿੱਚ। ਉਹ ਵੀ ਚੀਜ਼ ਜਿਹੜੀ ਹੈ, ਜਦੋਂ ਕਿਸਾਨਾਂ ਨੇ ਐਲਾਨ ਕਰ ਦਿੱਤਾ ਕਿ ਆਪਣੀਆਂ ਝਾਕੀਆਂ ਦਿਖਾਣੀਆਂ ਨੇ ਅਸੀਂ, ਉਹਨਾਂ ਝਾਕੀਆਂ ਦੇ ਵਿੱਚ ਕੀ ਹੋ ਸਕਦਾ? ਝਾਕੀਆਂ ਦੇ ਵਿੱਚ ਇਹ ਵੀ ਹੋ ਸਕਦਾ ਕਿ ਇੱਕ ਕਿਸਾਨ ਹੈ, ਉਧਰ ਸਰਕਾਰ ਦੇ ਕੋਈ ਬੰਦੇ ਨੇ, ਭਾਵੇਂ ਉਹ ਹੋ ਸਕਦਾ ਖੇਤੀਬਾੜੀ ਮੰਤਰੀ ਬਣਾ ਕੇ, ਜਾਂ ਇੱਕ ਪਾਸੇ ਪਿਊਸ਼ ਗੋਇਲ ਬਣਾ ਕੇ ਤੇ ਝਾਕੀਆਂ ਦੇ ਵਿੱਚ ਕੋਈ ਅਜਿਹਾ ਝਾਕੀ ਬਣਾ ਦੇਣ ਜਿਸ ਦੇ ਨਾਲ ਸਰਕਾਰ ਨੂੰ ਜਿਹੜੀ ਹਰਟ ਕਰ ਜੇ, ਜਾਂ ਕਿਤੇ ਨਾ ਕਿਤੇ ਸੁਨੇਹਾ ਜਿਹੜਾ ਲੋਕਾਂ ਕੋਲ ਅਜਿਹਾ ਚਲੇ ਜਾਏ ਕਿ ਜਿਸ ਦੇ ਵਿੱਚ ਸਰਕਾਰ ਦੀ ਹੇਠੀ ਹੋ ਜਾਏ। ਉਹ ਵੀ ਚੀਜ਼ ਜਿਹੜੀ ਹੈ ਉਹ ਸਰਕਾਰ ਨੂੰ ਚੁੱਭ ਰਹੀ ਹੈ ਕਿ ਇਹ ਦੋਵੇਂ ਚੀਜ਼ਾਂ ਤੇ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਮਾਤ ਪੈ ਸਕਦੀ ਹੈ। ਇਸੇ ਕਰਕੇ ਇਸ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਕਿਸਾਨ ਵਾਜਿਦ ਨੇ ਔਰ ਉਹਨਾਂ ਦਾ ਜ਼ਿੱਦ ਤੇ ਅੜਿਆ ਰਹਿਣਾ ਜ਼ਰੂਰੀ ਵੀ ਹੈ। ਤੇ ਕਿਉਂਕਿ ਦੇਖੋ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਜੇ ਤੇ ਉੱਥੇ ਜਿਹੜੇ ਲੋਕ ਮੌਜੂਦ ਨੇ, ਜਿਹੜੇ ਲੋਕ ਘਟ ਨਹੀਂ ਰਹੇ, ਨੰਬਰ ਵੱਧ ਰਿਹਾ, ਲੋਕ ਵੱਧ ਗਿਣਤੀ ਦੇ ਵਿੱਚ ਉੱਥੇ ਆ ਰਹੇ ਨੇ, ਤੇ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਲੋਕ ਚਾਹੁੰਦੇ ਨੇ ਕਿ ਜਿਹੜੇ ਨਾਲ ਜੁੜੇ ਨੇ, ਜਿਹੜੇ ਉਹ ਕਿਸਾਨ ਜਿਹੜੇ ਕਿ ਸੋਚ ਰਹੇ ਨੇ ਕਿ ਉਹਨਾਂ ਦੀ ਜ਼ਮੀਨ ਖੁੰਝਣ ਦਾ ਜਿਹੜਾ ਸਮਾਂ ਹੈ ਉਹ ਤਾਂ ਹੀ ਟਲ ਸਕਦਾ ਹੈ, ਉਹ ਗੱਲ ਤਾਂ ਹੀ ਟਲ ਸਕਦੀ ਹੈ ਜੇ ਇਕਜੁੱਟ ਹੋ ਕੇ ਆਪਾਂ ਇਸੇ ਤਰੀਕੇ ਨਾਲ ਅੜੇ ਰਹੀਏ। ਤਾਂ ਆਪਣੀਆਂ ਮੰਗਾਂ ਜਿਹੜੀਆਂ ਜੇ ਹੁਣ ਮਨਾ ਲੀਆਂ ਤਾਂ ਮੰਨੀਆਂ ਜਾਣਗੀਆਂ, ਨਹੀਂ ਤੇ ਕਦੇ ਵੀ ਨਹੀਂ ਹੋਣਾ। ਇਹ ਚੀਜ਼, ਇਹ ਢਈਏ ਨੂੰ ਧਾਰ ਕੇ ਜਿਹੜੇ ਉਹ ਲੱਗੇ ਹੋਏ ਨੇ ਕਿਸਾਨ, ਔਰ ਇਸੇ ਕਰਕੇ ਹੀ ਇਹ ਜਿਹੜਾ ਕੋਈ ਨਾ ਕੋਈ ਨਤੀਜਾ ਹੁਣ ਲੱਗ ਰਿਹਾ ਹੈ ਕਿ ਕੋਈ ਨਾ ਕੋਈ ਨਤੀਜਾ ਸਾਹਮਣੇ ਜ਼ਰੂਰ ਆਏਗਾ ਔਰ ਚੰਗਾ ਨਤੀਜਾ ਸਾਹਮਣੇ ਆਵੇਗਾ। ਜੀ, ਚਲੋ ਦੇਖਦੇ ਹਾਂ ਕਿ ਕੱਲ ਮੀਟਿੰਗ ਹੁੰਦੀ ਹੈ ਤਾਂ ਕੱਲ ਕਿਸ ਤਰੀਕੇ ਦਾ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ, ਜਾਂ ਫਿਰ ਕੋਈ ਨਵੀਂ ਆਫਰ ਜਿਹੜੀ ਹੈ ਕਿਸਾਨਾਂ ਨੂੰ ਦੇ ਦਿੱਤੀ ਜਾਏਗੀ। ਫਿਲਹਾਲ ਦੇ ਲਈ ਰਾਜੇਸ਼ ਜੀ, ਜੁੜਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਅੜੀ ਜਿਹੜੀ ਹੈ ਉਹ ਤਾਂ ਬਣੀ ਹੋਈ ਹੈ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ। ਹੁਣ ਅੜਿਆ ਕੌਣ ਹੋਇਆ, ਇਹ ਫੈਸਲਾ ਤਾਂ ਖੈਰ ਤੁਸੀਂ ਸਾਰੇ ਬਖੂਬੀ ਕਰ ਸਕਦੇ ਹੋ। ਇੱਕ ਪਾਸੇ ਤਾਂ ਇਹ ਗੱਲ ਕਹੀ ਜਾ ਰਹੀ ਹੈ ਕਿ 1.5 ਸਾਲ ਤੱਕ ਦੇ ਲਈ ਮੁਲਤਵੀ ਜੇ ਕਰ ਦਿੱਤੇ ਜਾਣ ਤਾਂ ਫਿਰ ਉਸ ਤੋਂ ਬਾਅਦ ਕੀ? ਇਹੀ ਤਾਂ ਕਿਸਾਨਾਂ ਨੇ ਪਹਿਲਾਂ ਵੀ ਗੱਲ ਕਹੀ ਸੀਗੀ ਕਿ ਸਾਡੇ ਅੱਗੇ ਕੋਈ ਇੱਦਾਂ ਦੀ ਆਫਰ ਨਾ ਰੱਖੀ ਜਾਵੇ, ਕਿਉਂਕਿ ਲਟਕਾਣੇ ਤਾਂ ਸੀ ਬਿੱਲ ਹੈ ਹੀ ਨਹੀਂ, ਰੱਦ ਕਰੋ ਮੀਨਸ ਰੱਦ ਕਰੋ। ਸੋ ਹੁਣ ਮੀਟਿੰਗਾਂ ਕਰਕੇ ਸਰਕਾਰ ਕੋਸ਼ਿਸ਼ ਤਾਂ ਕਰ ਰਹੀ ਹੈ ਕਿ ਕਿਤੇ ਨਾ ਕਿਤੇ ਮੀਟਿੰਗਾਂ ਵੀ ਹੁੰਦੀਆਂ ਰਹਿਣ, ਲੋਕਾਂ 'ਚ ਇਹ ਵੀ ਮੈਸੇਜ ਨਾ ਜਾਏ ਕਿ ਸਰਕਾਰ ਤਾਂ ਜੀ ਉਹਨਾਂ ਦੀ ਗੱਲ ਹੀ ਨਹੀਂ ਸੁਣ ਰਹੀ, ਉਹਨਾਂ ਦਾ ਬੁਲਾਉਂਦੀ ਨਹੀਂ ਹੈ। ਤੇ ਖੈਰ ਇੱਕ ਹੋਰ 10 ਮੀਟਿੰਗਾਂ ਹੋ ਚੁੱਕੀਆਂ ਨੇ, 11ਵੀਂ ਮੀਟਿੰਗ ਕੱਲ ਹੋਣ ਜਾ ਰਹੀ ਹੈ। ਸੋ ਕੱਲ ਦੇ ਮਾਰਨਿੰਗ ਸ਼ੋਅ ਦੇ ਵਿੱਚ ਗੱਲ ਕਰਾਂਗੇ ਕਿ 11ਵੀਂ ਮੀਟਿੰਗ ਦੇ ਵਿੱਚ ਨਵੀਂ ਆਫਰ ਕਿਹੜੀ ਦਿੱਤੀ ਗਈ ਹੈ, ਕਿਉਂਕਿ ਰੱਦ ਕਰਨ ਬਾਰੇ ਤਾਂ ਹਜੇ ਕੋਈ ਨੇੜੇ ਤੇੜੇ ਸਿਚੁਏਸ਼ਨ ਨਜ਼ਰ ਨਹੀਂ ਆ ਰਹੀ, ਉਸ ਵੇਲੇ ਦਾ ਹੀ ਇੰਤਜ਼ਾਰ ਹੋ ਰਿਹਾ। ਸੋ ਦੇਖਦੇ ਹਾਂ ਕਿ ਕੱਲ ਦੀ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਜਿਹੜੀ ਹੈ ਤਸਵੀਰ ਸਾਫ਼ ਆਉਂਦੀ ਹੈ। ਸੋ ਕੱਲ ਫਿਰ ਤੋਂ ਮਿਲਾਂਗੇ ਜੀ, ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।